ਹੈਲੋ। ਸੋ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਮੈਡੀਵਲ ਹਿਸਟਰੀ ਕਰਵਾ ਰਿਹਾ, ਠੀਕ ਹੈ ਜੀ। ਇੱਕ ਚੀਜ਼ ਹੋਰ ਜੀ, ਕਿਤੇ ਥੰਬਨੇਲ ਤੇ ਨਾ ਮੈਡੀਵਲ ਦੇ ਸਪੈਲਿੰਗ ਗਲਤ ਨੇ ਤਾਂ ਉਹਦੇ ਉੱਤੇ ਇੰਨਾ ਨਾ ਜਾਓ, ਠੀਕ ਹੈ। ਕੱਲ ਨੂੰ ਕਿਤੇ ਮੈਡੀਵਲ ਤੇ ਜਾਓ। ਮੱਧਕਾਲੀਨ ਇਤਿਹਾਸ, ਇਹਨੂੰ ਪੰਜਾਬੀ 'ਚ ਕੀ ਕਹਿੰਦੇ ਨੇ? ਮੱਧਕਾਲੀਨ ਇਤਿਹਾਸ। ਫੈਕਟ ਸਹੀ ਹੋਣੇ ਚਾਹੀਦੇ ਨੇ, ਸਪੈਲਿੰਗ ਤੋਂ ਆਪਾਂ ਨੇ ਇਸ ਟਾਈਮ ਕੋਈ ਵੀ ਲੈਣਾ ਦੇਣਾ ਹੈ ਨਹੀਂ, ਠੀਕ ਹੈ। ਦੁਨੀਆ ਦੇ ਨਾਲ ਸਾਡਾ ਲੈਣ ਦੇਣ ਹੈ ਨਹੀਂ। 712 ਏਡੀ ਤੋਂ ਲੈ ਕੇ 1707 ਏਡੀ ਤੱਕ ਆਪਣੇ ਕੋਲੇ ਕੀ ਚੱਲਦਾ ਹੈ? ਮੈਡੀਵਲ ਹਿਸਟਰੀ, ਮੱਧਕਾਲੀਨ ਇਤਿਹਾਸ। ਕਿਹਦੇ ਦੁਆਰਾ ਪੜਾਇਆ ਜਾ ਰਿਹਾ? ਮੇਰੇ ਦੁਆਰਾ ਪੜਾਇਆ ਜਾ ਰਿਹਾ। ਇੰਸਟਾਗ੍ਰਾਮ ਤੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ, ਠੀਕ ਹੈ। ਗਿਣ ਗਿਣ ਕੇ ਬਦਲੇ ਲੈਂਦਾ, ਇਹਨੂੰ ਪੰਜਾਬ ਕਹਿੰਦੇ ਆ। ਕਿਉਂ ਕਹਿੰਦੇ ਆ? ਉਹ ਸਾਰਾ ਕੁਝ ਤੁਹਾਨੂੰ ਅੱਗੇ ਤੱਕ ਆਪਾਂ ਬਿਲਕੁਲ ਪੰਜਾਬ ਹਿਸਟਰੀ ਤੱਕ ਇਸ ਸਾਰੀ ਸੀਰੀਜ਼ ਨੂੰ ਲੈ ਕੇ ਜਾਵਾਂਗੇ। ਸਭ ਤੋਂ ਪਹਿਲਾਂ ਆਪਾਂ ਨੇ ਕੀ ਪੜਿਆ? ਕਾਸਿਮ ਦਾ ਹਮਲਾ, ਉਹ ਤੋਂ ਬਾਅਦ ਗਜ਼ਨੀ ਦਾ ਹਮਲਾ, ਉਹ ਤੋਂ ਬਾਅਦ ਗੌਰੀ ਦੇ ਹਮਲੇ, ਉਹ ਤੋਂ ਬਾਅਦ ਆਪਾਂ ਨੇ ਕੀ ਪੜਿਆ? ਕੁਤਬੁੱਦੀਨ ਐਬਕ ਨੂੰ ਪੜਿਆ। ਅੱਜ ਆਪਾਂ ਕਿਹਨੂੰ ਪੜਾਂਗੇ? ਇਲਤੁਤਮਿਸ਼ ਨੂੰ ਪੜਾਂਗੇ। ਮੈਂ ਤੁਹਾਨੂੰ ਕਿਹਾ ਸੀ ਕਿ ਮੁਹੰਮਦ ਗੌਰੀ ਜਦੋਂ ਗਿਆ ਤਾਂ ਉਹ ਦਿੱਲੀ ਦੇ ਵਿੱਚ ਕਿਹਨੂੰ ਰੱਖਿਆ? ਕੁਤਬੁੱਦੀਨ ਐਬਕ ਨੂੰ। ਹੁਣ ਉਹਨੇ ਰਾਜ ਕਰਨਾ ਸੀ, ਉਹਦੇ ਕੋਲ ਸਿਰਫ ਕਿੰਨਾ ਸੀ? 1206 ਤੋਂ ਲੈ ਕੇ 1210 ਦੇ ਵਿੱਚ ਉਹ ਸਪੁਰਦ ਹੋ ਗਿਆ, ਠੀਕ ਹੈ ਜੀ। ਤਾਂ ਮਤਲਬ 1210 ਦੇ ਵਿੱਚ ਉਹ ਅਕਾਲ ਚਲਾਣਾ ਕਰ ਗਿਆ। ਕਿਵੇਂ? ਪੋਲੋ ਖੇਡਦੇ ਹੋਏ, ਜਿਹਨੂੰ ਆਪਾਂ ਕੀ ਕਹਿੰਦੇ ਆ? ਚੌਗਾਨ, ਠੀਕ ਹੈ ਜੀ। ਉਹ ਖੇਡਦੇ ਹੋਏ ਮਰ ਗਿਆ। ਹੁਣ ਕੀ ਹੋਇਆ? ਕਹਿੰਦੇ ਨੇ ਕਿ ਹੁਣ ਅਗਲਾ ਸ਼ਾਸਕ ਕੌਣ ਬਣੇ? ਸ਼ਾਸਕ ਬਣ ਕੋਈ ਰਿਹਾ ਨਹੀਂ ਸੀ। ਕਿਉਂ? ਕਿਉਂਕਿ ਉਹਦਾ ਤਾਂ ਕੋਈ ਵੀ ਜਿਹੜਾ ਵਾਰਸ ਸੀ ਉਹ ਨਹੀਂ ਸੀ। ਪਰ ਕੁਤਬੁੱਦੀਨ ਐਬਕ ਦਾ ਕੋਈ ਵੀ ਵਾਰਸ ਤਾਂ ਨਹੀਂ ਸੀ, ਪਰ ਕਹਿੰਦੇ ਨੇ ਉਹਦੇ ਜਿਹੜੇ ਵੱਡੇ ਵੱਡੇ ਉੱਥੋਂ ਦੇ ਅਹੁਦੇ ਦੇ ਬੰਦੇ ਸੀਗੇ ਜਿਹੜੇ ਉਹਨੇ ਲਗਾਏ ਸੀ, ਉਹ ਕਹਿੰਦੇ ਉਹ ਰਾਜਾ ਕਿਸੇ ਨੂੰ ਤਾਂ ਬਣਨਾ ਪਊ। ਕੋਈ ਵੀ ਬਣਨ ਨੂੰ ਤਿਆਰ ਤਾਂ ਨਹੀਂ ਹੋ ਰਿਹਾ ਸੀ ਕਿਉਂਕਿ ਯਲਦੂਸ, ਤੁਹਾਨੂੰ ਪਤਾ ਹੈ, ਜਦੋਂ ਖਾਲੀ ਹੋ ਗਈ ਦਿੱਲੀ, ਯਲਦੂਸ ਨੇ ਸੋਚਿਆ ਮੈਂ ਆਵਾਂ। ਕੁਬਾਚਾ ਸੋਚਦਾ ਮੈਂ ਆਵਾਂ। ਜਿਹੜੇ ਰਾਜਪੂਤ ਰਾਜੇ ਸੀ ਉਹ ਸੋਚ ਰਹੇ ਸੀ ਵੀ ਹੁਣ ਅਸੀਂ ਹਮਲਾ ਕਰੀਏ। ਤਾਂ ਇੱਕ ਸਟਰੋਂਗ ਲੀਡਰ ਚਾਹੀਦਾ ਸੀ। ਜਿਹੜੀ ਇਕਨੋਮੀ ਸੀ ਉਹ ਬਿਲਕੁਲ ਹੀ ਖਤਮ ਹੋਈ ਪਈ ਸੀ, ਤਾਂ ਕਰਕੇ ਉਹ 4 ਸਾਲ ਦੇ ਵਿੱਚ ਕੁਝ ਕਰ ਨਹੀਂ ਪਾਇਆ ਸੀ ਜ਼ਿਆਦਾ। ਐਬਕ ਉਹ ਬਸ ਇੱਕ ਸੰਸਥਾਪਨਾ ਕਰ ਗਿਆ ਸੀਗਾ, ਕਿਹਦੀ? ਦਿੱਲੀ ਸਲਤਨਤ ਦੀ। ਤੇ ਉਹ ਤੁਹਾਨੂੰ ਪਤਾ ਸੁਲਤਾਨ ਨਹੀਂ ਸੀਗਾ। ਤਾਂ ਉਹ ਤੋਂ ਬਾਅਦ ਲੋਕਾਂ ਦੇ ਕਹਿਣ ਦੇ ਉੱਤੇ ਜਿਹੜਾ ਆਹ ਬੰਦਾ ਸੀ, ਇਹਨੂੰ ਕੀ ਕਹਿੰਦੇ ਨੇ? ਇਲਤੁਤਮਿਸ਼। ਇਹ ਕਿਹਦੇ ਉੱਤੇ ਆਇਆ ਜੀ? ਆਪਣਾ ਰਾਜ ਗੱਦੀ ਦੇ ਉੱਤੇ ਆਇਆ। ਇਹ ਲਗਭਗ 1211 ਤੋਂ ਲੈ ਕੇ 1236 ਤੱਕ ਰਿਹਾ, ਠੀਕ ਹੈ ਜੀ। 1211 ਤੋਂ ਲੈ ਕੇ 1236 ਤੱਕ ਰਿਹਾ। ਇੱਕ ਗੱਲ ਮੈਂ ਹੋਰ ਦੱਸਦਾ, ਇਹ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ ਕਿ ਆਰਾਮ ਸ਼ਾਹ, ਠੀਕ ਹੈ। ਮੈਂ ਤੁਹਾਨੂੰ ਹੁਣੀ ਕੀ ਕਿਹਾ? ਉਹਦਾ ਕੋਈ ਵਾਰਸ ਨਹੀਂ ਸੀ। ਤਾਂ ਕਿਤੇ ਕਿਤਾਬਾਂ 'ਚ ਇਹ ਮਿਲਦਾ ਕਿ ਆਰਾਮ ਸ਼ਾਹ ਉਹਦਾ ਮੁੰਡਾ ਨਹੀਂ ਸੀ, ਤਾਂ ਕਰਕੇ ਕਿਤੇ ਇਹਨੂੰ ਮੁੰਡਾ ਕਿਹਾ ਗਿਆ, ਕਿਤੇ ਐਂ ਕਿਹਾ ਗਿਆ ਕਿ ਉਹ ਤੋਂ ਬਾਅਦ ਆਰਾਮ ਸ਼ਾਹ ਆਇਆ ਸੀ। ਚਲੋ ਆਪਾਂ ਇਹਦੀ ਗੱਲ ਨਹੀਂ ਕਰਦੇ। ਤਾਂ ਦਿੱਲੀ ਸਲਤਨਤ ਦਾ ਅਗਲਾ ਰਾਜਾ ਕੌਣ ਸੀਗਾ? ਇਲਤੁਤਮਿਸ਼, ਜਿਹਨੂੰ ਕੀ ਕਿਹਾ ਗਿਆ? ਸਲੇਵ ਆਫ ਸਲੇਵ। ਕਿਉਂਕਿ ਦੇਖੋ ਕੁਤਬੁੱਦੀਨ ਐਬਕ ਇੱਕ ਸਲੇਵ ਸੀ, ਉਹਦਾ ਵੀ ਸਲੇਵ ਕੌਣ ਸੀਗਾ? ਇਲਤੁਤਮਿਸ਼। ਐਬਕ ਦਾ ਸਲੇਵ ਵੀ ਸੀ ਤੇ ਇਹ ਜਮਾਈ ਵੀ ਸੀਗਾ। ਬਹੁਤ ਹੀ ਜ਼ਿਆਦਾ ਇਹ ਕੁਸ਼ਲ ਰਾਜਾ ਮੰਨਿਆ ਗਿਆ ਤੇ ਇਹਨੂੰ ਹੀ ਅਸਲੀ ਸੰਸਥਾਪਕ ਕਿਹਾ ਗਿਆ। ਕਿਹਦਾ? ਸਲੇਵ ਡਾਇਨੈਸਟੀ ਦਾ ਜਾਂ ਦਿੱਲੀ ਸਲਤਨਤ ਦਾ ਅਸਲ ਜੋ ਸੀਗਾ ਉਹ ਕੌਣ ਸੀਗਾ? ਇਲਤੁਤਮਿਸ਼ ਸੀਗਾ। ਇਹਦੇ ਬਾਰੇ ਆਪਾਂ ਪੜ੍ਹਦੇ ਹਾਂ। ਇਹਦਾ ਰੀਅਲ ਨੇਮ ਕੀ ਸੀ? ਸ਼ਮਸ-ਉਦ-ਦੀਨ ਇਲਤੁਤਮਿਸ਼। ਸ਼ਮਸ-ਉਦ-ਦੀਨ ਇਲਤੁਤਮਿਸ਼ ਇਹਦਾ ਕੀ ਸੀ? ਪੂਰਾ ਨਾਮ ਸੀ। ਸਮਵੇਅਰ ਹੀ ਵਾਜ਼ ਆਲਸੋ ਨੋਨ ਐਜ਼ ਅਲਤਮਸ਼। ਕਿਤੇ ਇਹਨੂੰ ਅਲਤਮਸ਼ ਵੀ ਲਿਖਿਆ ਗਿਆ। ਸੋ ਇਹਦੇ ਨਾਮਾਂ 'ਚ ਥੋੜਾ ਜਿਹਾ ਡਿਫਰੈਂਸ ਮਿਲਦਾ, ਜ਼ਿਆਦਾਤਰ ਇਲਤੁਤਮਿਸ਼ ਹੀ ਤੁਹਾਨੂੰ ਮਿਲੂਗਾ, ਠੀਕ ਹੈ ਜੀ। ਹੀ ਵਾਜ਼ ਐਕਚੁਅਲ ਫਾਊਂਡਰ ਆਫ ਦਿੱਲੀ ਸਲਤਨਤ। ਇਹ ਦਿੱਲੀ ਸਲਤਨਤ ਦਾ ਕੀ ਸੀ? ਇੱਕ ਐਕਚੁਅਲ ਫਾਊਂਡਰ ਸੀਗਾ। ਕਿਉਂਕਿ ਇਹਨੇ ਕੀ ਕਰਤਾ ਸੀ? ਹੁਣ ਤੱਕ ਮੈਂ ਤੁਹਾਨੂੰ ਕਰਵਾਇਆ ਸੀ ਕਿ ਐਬਕ ਆਪਣੀ ਰਾਜਧਾਨੀ ਕਿਹਨੂੰ ਬਣਾ ਕੇ ਰੱਖਿਆ ਸੀਗਾ? ਲਾਹੌਰ ਨੂੰ। ਪਰ ਇਹ ਲਾਹੌਰ ਨੂੰ ਕਿੱਥੇ ਲੈ ਕੇ ਆਇਆ ਜੀ? ਦਿੱਲੀ ਦੇ ਵਿੱਚ ਲੈ ਕੇ ਆਇਆ। ਕਿਉਂਕਿ ਜਦੋਂ ਇਹਨੇ ਸਾਰੇ ਜਲਦੂਸ ਵਗੈਰਾ ਨੂੰ ਮਾਰਤਾ ਤਾਂ ਇਹਨੇ ਕਿਹਾ ਵੀ ਹੁਣ ਮੈਂ ਦਿੱਲੀ ਤੋਂ ਰਾਜ ਕਰੂੰਗਾ। ਤੇ ਉਸ ਟਾਈਮ ਦਿੱਲੀ ਦਾ ਨਾਮ ਕੀ ਸੀਗਾ ਇਹਦੇ ਰਾਜ ਵੇਲੇ? ਹਜ਼ਰਤ ਏ ਦਿੱਲੀ। ਇਹਦੇ ਰਾਜ ਵੇਲੇ ਦਿੱਲੀ ਦਾ ਨਾਮ ਕੀ ਰੱਖਿਆ ਗਿਆ ਸੀ? ਹਜ਼ਰਤ ਏ ਦਿੱਲੀ। ਇਹ ਆਲਸੋ ਨੋਨ ਐਜ਼ ਸਲੇਵ ਆਫ ਸਲੇਵ। ਇਹਨੂੰ ਸਲੇਵ ਦਾ ਸਲੇਵ ਵੀ ਕਿਹਾ ਗਿਆ, ਠੀਕ ਹੈ। ਕਿਉਂਕਿ ਕੁਤਬੁੱਦੀਨ ਐਬਕ ਵੀ ਸਲੇਵ, ਉਹਦਾ ਸਲੇਵ ਏ। ਸੋ ਇੱਥੇ ਅੱਗੇ ਆਊਗਾ ਕਿ ਇਹਨੇ ਕਿੱਥੇ ਖਰੀਦਿਆ ਸੀਗਾ? ਕੁਤਬੁੱਦੀਨ ਐਬਕ ਬਾਇਡ ਹਿਮ। ਕਿੱਥੋਂ ਖਰੀਦਿਆ ਸੀ? ਬੈਟਲ ਆਫ ਅਨਿਲਵਰਾ। ਬੈਟਲ ਆਫ ਅਨਿਲਵਰਾ ਦੇ ਵਿੱਚ ਕਦੋਂ ਹੋਈ ਸੀ? 1197 ਦੇ ਵਿੱਚ ਹੋਈ ਸੀ। ਉੱਥੋਂ ਇਹਨੂੰ ਕੀ ਕੀਤਾ ਗਿਆ ਸੀ? ਖਰੀਦਿਆ ਗਿਆ ਸੀ। ਹਜੇ ਮੁਹੰਮਦ ਗੌਰੀ ਦੇ ਅੰਡਰ ਹੀ ਬੈਟਲ ਕਰਨ ਗਿਆ ਸੀ। ਉੱਥੇ ਇਹਨੂੰ ਬੈਟਲ ਆਫ ਅਨਿਲਵਾਰਾ ਦੇ ਵਿੱਚ ਖਰੀਦਿਆ ਗਿਆ। ਤੇ ਕਿੱਥੇ ਹੈ ਜੀ? ਗੁਜਰਾਤ ਦੇ ਵਿੱਚ ਹੈ। ਅਨਿਲਵਾੜਾ ਜਿਹੜੀ ਜਗ੍ਹਾ ਹੈ ਕਿੱਥੇ ਹੈ? ਗੁਜਰਾਤ ਦੇ ਵਿੱਚ ਹੈ। ਤੇ ਫਸਟ ਸੁਲਤਾਨ ਸੀ, ਆਪਾਂ ਨੇ ਕਿਹਾ ਸੀ ਕਿ ਜਿਹੜਾ ਕੁਤਬੁੱਦੀਨ ਐਬਕ ਸੀ ਉਹਨੇ ਕਦੇ ਵੀ ਥਰੋਨ ਦੇ ਉੱਤੇ ਨਹੀਂ ਬੈਠਿਆ, ਤਾਂ ਕਰਕੇ ਇਹਨੂੰ ਕੀ ਕਿਹਾ ਜਾਂਦਾ ਹੈ ਆਪਣੇ ਕੋਲੇ? ਇਲਤੁਤਮਿਸ਼ ਨੂੰ ਫਸਟ ਸੁਲਤਾਨ ਆਫ ਇੰਡੀਆ। ਸੁਲਤਾਨ ਕੌਣ ਸੀ? ਜਿਹੜਾ ਕਿ ਬਗਦਾਦ ਦਾ ਖਲੀਫਾ ਜਾਂ ਜੋ ਵੀ ਖਲੀਫਾ ਹੋਊਗਾ ਉਸ ਟਾਈਮ ਦੇ ਉੱਤੇ ਇਸਲਾਮ ਧਰਮ ਦਾ, ਉਹ ਤੋਂ ਇੱਕ ਖਿਲਤ ਲੈਂਦਾ ਸੀਗਾ। ਮਤਲਬ ਉਹਦੀ ਇੱਕ ਲਿਖਤੀ ਪਰਮਿਸ਼ਨ ਲੈਂਦਾ ਸੀ ਕਿ ਮੈਂ ਤੇਰੇ ਅੰਡਰ ਹਾਂ, ਸਿਰਫ ਤੂੰ ਹੀ ਮੈਨੂੰ ਮਤਲਬ ਕੰਟਰੋਲ ਕਰੇਗਾ, ਉਸ ਤੋਂ ਇਲਾਵਾ ਮੈਂ ਕਿਸੇ ਦੇ ਅੰਡਰ ਨਹੀਂ। ਮੈਂ ਤੇਰੀਆਂ ਜੋ ਵੀ ਤੇਰੇ ਦਿਸ਼ਾ ਨਿਰਦੇਸ਼ ਹੋਣਗੇ ਉਹਦੇ ਅਨੁਸਾਰ ਆਪਣਾ ਕੀ ਚਲਾਊਂਗਾ? ਰਾਜਕਾਜ ਚਲਾਊਂਗਾ। ਤਾਂ ਇਹਨੇ ਆਫੀਸ਼ੀਅਲ ਟੁੱਕ ਦ ਟਾਈਟਲ ਆਫ ਖਲੀਫਾ ਫਰੋਮ ਖਲੀਫਾ ਤੋਂ ਆਫੀਸ਼ੀਅਲ ਟਾਈਟਲ ਲਿਆ ਸੀ। ਕਿੱਥੋਂ ਦਾ ਖਲੀਫਾ ਸੀ ਉਸ ਟਾਈਮ? ਬਗਦਾਦ ਦਾ ਖਲੀਫਾ ਸੀ, ਜਿਹਦਾ ਨਾਮ ਕੀ ਸੀ? ਅਲ ਮੁੰਤਸਿਰ ਬਿੱਲਾ ਇੱਕ ਉਸ ਟਾਈਮ ਦਾ ਖਲੀਫਾ ਸੀ, ਜਿਹਨੇ ਇਹਨੂੰ ਰਿਟਨ ਦੇ ਵਿੱਚ ਦਿੱਤਾ ਸੀਗਾ। ਤੇ ਇਹਨੂੰ ਕੀ ਕੀਤੀ ਸੀ?
ਖਿਲਤ ਦਿੱਤੀ ਸੀ। ਖਿਲਤ ਤੁਹਾਨੂੰ ਅੱਗੇ ਮਿਲੂਗਾ ਗੁਰੂ ਗੋਬਿੰਦ ਸਿੰਘ ਜੀ ਨੂੰ। ਕਹਿੰਦੇ ਨੇ ਬਹਾਦਰ ਸ਼ਾਹ ਜਿਹੜਾ ਆਪਣੇ ਕੋਲੇ ਜਹਾਂ ਉਹਦੇ ਔਰੰਗਜ਼ੇਬ ਤੋਂ ਬਾਅਦ ਹੋਇਆ ਸੀ, ਉਹਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਖਿਲਤ ਦਿੱਤੀ ਸੀ। ਖਿਲਤ ਇਨ ਦ ਸੈਂਸ ਉਸ ਟਾਈਮ ਤੇ ਖਿਲਤ ਕੀ ਹੋ ਗਈ ਸੀਗੀ ਕਿ ਇੱਕ ਤਰੀਕੇ ਨਾਲ ਪੋਸ਼ਾਕ ਦਿੱਤੀ ਸੀ ਜਿਹੜੀ ਕਿ ਉਹਨੂੰ ਮਤਲਬ ਰਾਜੇ ਦੇ ਸਾਹਮਣੇ ਹੀ ਪਵਾਈ ਜਾਂਦੀ ਸੀ। ਰਾਜੇ ਵੱਲੋਂ ਇੱਕ ਮਤਲਬ ਐ ਮੰਨ ਕੇ ਚਲੋ ਇਨਾਮ ਮੰਨ ਲਾ ਲਓ, ਜਾਂ ਰਾਜੇ ਵੱਲੋਂ ਇੱਕ ਬਹੁਤ ਵਧੀਆ ਉਪਾਧੀ ਸੀਗੀ ਜਿਹੜੀ ਖਿਲਤ ਸੀਗੀ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਨਾ ਕਰਤੀ ਸੀ ਕਿ ਅਸੀਂ ਇਹ ਤੇਰੇ ਸਾਹਮਣੇ ਮਤਲਬ ਤੇਰੇ ਮਹਿਲ ਦੇ ਵਿੱਚ ਅਸੀਂ ਤੇਰੀ ਇੱਕ ਆਪਾਂ ਐ ਕਹਿ ਕੇ ਮੰਨੀਏ ਕਿ ਤੇਰੇ ਅਧੀਨ ਨਹੀਂ ਪਾ ਸਕਦੇ ਆਪਾਂ ਇਹਨੂੰ, ਠੀਕ ਹੈ ਨਾ। ਤਾਂ ਉਹ ਚੀਜ਼ ਸੀਗੀ। ਤਾਂ ਇੱਥੇ ਅਧੀਨਤਾ ਸਵੀਕਾਰ ਕਰ ਲਈ, ਮਤਲਬ ਕੀ ਸੀ, ਅਧੀਨਤਾ ਕਰਕੇ ਉਹ ਸੁਲਤਾਨ ਬਣ ਗਿਆ, ਠੀਕ ਹੈ। ਜਿਹੜਾ ਆਪਣੇ ਕੋਲੇ ਖਲੀਫਾ ਸੀ ਉਹਦੀ ਅਧੀਨਤਾ ਮੰਨ ਗਈ ਤੇ ਉਹ ਸੁਲਤਾਨ ਬਣ ਗਿਆ। ਹੁਣ ਮਤਲਬ ਸਾਰਾ ਜਿਹੜਾ ਦਿੱਲੀ ਸੀ ਉਹਨੂੰ ਕੌਣ ਦੇਖ ਰਿਹਾ ਸੀਗਾ ਆਪਣੇ ਕੋਲੇ, ਆਪਣਾ ਇਲਤੁਤਮਿਸ਼ ਦੇਖ ਰਿਹਾ ਸੀ, ਠੀਕ ਹੈ ਜੀ। ਤਾਂ ਬਗਦਾਦ ਦਾ ਸੀ। ਕਦੋਂ ਇਹਨੇ ਖਲੀਫਾ ਤੋਂ ਉਪਾਧੀ ਲਈ ਸੀ ਸੁਲਤਾਨ ਦੀ? 1229 ਦੇ ਵਿੱਚ। ਕੁਤਬੁਦੀਨ ਐਬਕ ਨੇ ਕਿੱਥੋਂ ਖਰੀਦੇ ਸੀ? ਬੈਟਲ ਆਫ ਅਨਿਲਵਾੜਾ ਕਹਿ ਲਓ, ਕਿੱਥੋਂ? ਗੁਜਰਾਤ ਦੇ ਵਿੱਚੋਂ 1197 ਚ। ਜਦੋਂ ਇਹ ਨਹੀਂ ਬਣਿਆ ਸੀਗਾ, ਮੈਂ ਪਹਿਲਾਂ ਵੀ ਕਰਾਇਆ ਸੀ ਕਿ ਇਲਤੁਤਮਿਸ਼ ਹਜੇ ਨਹੀਂ ਰਾਜਾ ਬਣਿਆ ਸੀਗਾ, ਤਾਂ ਇਹ ਜਦੋਂ ਕੁਤਬੁਦੀਨ ਐਬਕ ਆਪਣੇ ਕੋਲ ਇੱਕ ਤਰੀਕੇ ਨਾਲ ਰੂਲਰ ਸੀਗਾ, ਤਾਂ ਉਸ ਟਾਈਮ ਇਹ ਕੀ ਸੀਗਾ? ਬਦਾयूं ਦਾ ਗਵਰਨਰ ਸੀਗਾ। ਇਹ ਬਦਾयूं ਦਾ ਉਸ ਟਾਈਮ ਤੇ ਕੀ ਸੀਗਾ ਜੀ? ਗਵਰਨਰ ਸੀਗਾ। ਹੁਣ ਇਹਨੇ ਕੀ ਕੰਮ ਕੀਤੇ ਦੇਖੋ। ਇਹਨੇ ਸਭ ਤੋਂ ਪਹਿਲਾਂ ਬਹੁਤ ਹੀ ਇੰਪੋਰਟੈਂਟ ਤੁਰਕ ਇਹ ਚਹਿਲਗਾਨੀ ਬਣਾਈ ਹੈ, ਜਿਹਨੂੰ ਦਲ ਚਾਲੀਸਾ ਵੀ ਕਹਿੰਦੇ ਨੇ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਇਹਨੇ ਇਹ 40 ਬੰਦੇ ਬਣਾਏ, ਪਰ ਕਿਉਂ ਬਣਾਏ? ਇਹਨੇ ਇਹ ਬੰਦੇ ਕਿਉਂ ਬਣਾਏ? ਦੇਖੋ, ਇਹਨੂੰ ਪਤਾ ਸੀ ਕਿ ਜੇ ਮੈਂ ਕੱਲਾ ਹੀ ਸਾਰੇ ਕਿਤੇ ਇਕੱਲਾ ਹੀ ਹੱਥ ਪੈਰ ਮਾਰੀ ਜਾਊਂਗਾ ਤਾਂ ਮੇਰਾ ਰਾਜ ਬਿਖਰ ਦੂਗਾ। ਇਹਨੇ 40 ਬੰਦੇ ਕੱਢੇ ਜਿਹੜੇ ਬਹੁਤ ਹੀ ਕੀ ਸੀਗੇ? ਆਪਣਾ ਕੁਸ਼ਲ ਸੀਗੇ। ਇਹਨੇ ਉਹ 40 ਬੰਦੇ ਕੱਢੇ। ਹੁਣ ਇਹਦੇ ਰਾਜ ਜਿਹੜਾ ਸੀਗਾ ਇਹ 40 ਬੰਦਿਆਂ ਨੂੰ ਭਰੋਸੇਮੰਦ ਬੰਦੇ ਸੀਗੇ। ਐ ਨਹੀਂ ਸੀਗਾ ਕਿ ਇਹ ਜ਼ਿਆਦਾਤਰ ਤੁਰਕ ਹੀ ਸੀਗੇ, ਤਾਂ ਕਰਕੇ ਇਹਦੇ ਨਾਲ ਲਾਇਲ ਸੀਗੇ। ਇਹ ਐ ਨਹੀਂ ਸੀਗਾ ਵੀ ਕੋਈ ਵੀ ਚੱਕ ਲੈ। ਜਿਹਨੂੰ ਇਹਨੂੰ ਪਤਾ ਸੀਗਾ ਵੀ ਇਹ ਮੇਰੀ ਆਉਣ ਵਾਲੇ ਟਾਈਮ 'ਚ ਹੈਲਪ ਕਰੂਗਾ, ਉਹਨੂੰ ਇਹਨੇ 40 ਬੰਦਿਆਂ ਦੇ ਤੌਰ ਤੇ ਰੱਖਿਆ। ਉਹ 40 ਬੰਦਿਆਂ ਨੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਾ ਕੇ ਕੀ ਕੀਤਾ? ਆਪਣਾ ਐਕਸਪੈਂਸ਼ਨ ਕੀਤੀ, ਠੀਕ ਹੈ। ਇਹਦੇ ਰਾਜ ਨੂੰ ਹੋਰ ਵਧਾਇਆ। ਜੇ ਕਿਤੇ ਕੋਈ ਵਿਦਰੋਹ ਹੁੰਦਾ ਸੀ ਉੱਥੇ ਉਹਨਾਂ ਨੂੰ ਦਬਾਇਆ ਇੱਕ ਤਰੀਕੇ ਨਾਲ। ਹੁਣ ਮੈਂ ਕਿਸੇ ਮੰਨ ਲਓ 50 ਬੱਚਿਆਂ ਦੇ ਕਲਾਸ 'ਚ 2-3 ਬੰਦਿਆਂ ਨੂੰ ਕਹਤਾ ਤੁਸੀਂ ਮੇਰੇ ਖਾਸ ਹੋ, ਤਾਂ ਉਹ 3 ਬੰਦਿਆਂ ਤੇ ਹੁਣ ਪਾਵਰ ਹੋਊਗੀ ਜਦੋਂ, ਤਾਂ ਉਹ ਬਾਕੀਆਂ ਨੂੰ ਕੀ ਕਰਨਗੇ? ਕੰਟਰੋਲ ਕਰਨਗੇ। ਉਹਨਾਂ ਨੂੰ ਐ ਹੋਊਗਾ ਵੀ ਹਾਂ ਰਾਜੇ ਦੇ ਅਸੀਂ ਖਾਸ ਹਾਂ, ਤਾਂ ਰਾਜੇ ਨੇ ਸਾਨੂੰ ਇੱਕ ਉਪਾਧੀ ਦਿੱਤੀ ਹੈ, ਤਾਂ ਅਸੀਂ ਇਹਦੀ ਬੈਟਰ ਪਰਫਾਰਮੈਂਸ ਕਰਕੇ ਦਿਖਾਈਏ। ਤੇ ਅੱਗੇ ਜਾ ਕੇ ਇਹੀ ਕੀ ਬਣ ਗਏ ਸੀ? ਕਿੰਗ ਮੇਕਰ। ਕਿੰਗ ਮੇਕਰ ਦਾ ਮਤਲਬ ਇਹ ਪਿੱਛੋਂ ਰਾਜੇ ਬਣਾਉਂਦੇ ਗਏ, ਉਹ ਵੀ ਆਪਾਂ ਅੱਗੇ ਪੜਾਂਗੇ, ਠੀਕ ਹੈ। ਹੁਣ ਤੱਕ ਤਾਂ ਇਹ ਰਾਜੇ ਦਾ ਹੁਕਮ ਮੰਨਦੇ ਸੀ, ਪਰ ਅੱਗੇ ਜਾ ਕੇ ਇਹ ਰਾਜੇ ਬਣਾਉਂਦੇ ਸੀ। ਮਤਲਬ ਕੀ ਹੈ? ਪਿੱਛੋਂ ਕੰਮ ਸਾਰਾ ਇਹ ਦੇਖਦੇ ਸੀ, ਨਾਮ ਦਾ ਰਾਜਾ ਕੋਈ ਹੋਰ ਹੁੰਦਾ ਸੀ। ਇਹ 40 ਨੋਬਲਸ ਕਿਹਾ ਗਿਆ, ਜਾਂ ਇਹਨਾਂ ਨੂੰ 40 ਅਮੀਰਸ ਕਹਿੰਦੇ ਸੀਗੇ। ਮਤਲਬ ਜਿਹੜੇ ਅਮੀਰ ਦਾ ਮਤਲਬ ਜਾਂ ਨੋਬਲ ਦਾ ਮਤਲਬ ਕੀ ਹੁੰਦਾ? ਉਹਨਾਂ ਟਾਈਮਾਂ 'ਚ ਜਿਵੇਂ ਮੰਨ ਕੇ ਲਓ ਦਿੱਲੀ ਦਾ ਰਾਜਾ ਹੈ, ਉੱਥੇ ਕੋਈ 40-50 ਬੰਦੇ ਆ, 100 ਬੰਦਾ ਬਹੁਤ ਹੀ ਅਮੀਰ ਹੈ। ਅਮੀਰ ਇਨ ਦਾ ਸੈਂਸ ਜਿਹਦਾ ਇਨਫਲੂਐਂਸ ਸਰਕਾਰ ਦੇ ਵਿੱਚ ਵੀ ਹੈ, ਜਿਹੜਾ ਸਰਕਾਰ ਨੂੰ ਮਤਲਬ ਬਦਲਣ ਦੀ ਜਾਂ ਐ ਕਰੋ ਸਰਕਾਰ ਦੇ ਵਿੱਚ ਜਿਹਦੀ ਬਹੁਤ ਜ਼ਿਆਦਾ ਚੱਲਦੀ ਆ, ਉਹਨਾਂ ਨੂੰ ਕੀ ਕਿਹਾ ਗਿਆ? ਨੋਬਲ ਜਾਂ ਅਮੀਰ ਕਿਹਾ ਗਿਆ। ਜਿਵੇਂ ਅੱਜ ਦੇ ਟਾਈਮ 'ਚ ਜੇ ਮੈਂ ਵੱਡੇ ਇੰਡਸਟਰੀਅਲਿਸਟ ਕਹਾਂ ਜਾਂ ਕੋਈ ਵੀ ਇਹੋ ਜਿਹੇ ਬੰਦੇ ਜਿਹੜੇ ਮਤਲਬ ਸਰਕਾਰ ਨੂੰ ਆਪਣੇ ਇੱਕ ਡਿਸੀਜਨ ਦੇ ਨਾਲ ਹਿਲਾ ਸਕਦੇ ਨੇ ਜਾਂ ਸਰਕਾਰ ਤੇ ਕੋਈ ਰੋਹ ਪਾ ਸਕਦੇ ਨੇ, ਉਹਨਾਂ ਨੂੰ ਆਪਾਂ ਕੀ ਕਿਹਾ ਗਿਆ? ਅਮੀਰ ਕਿਹਾ ਗਿਆ, ਠੀਕ ਹੈ। ਉਹਨਾਂ ਟਾਈਮਾਂ ਦੇ ਅਮੀਰ। ਇਨ ਫਿਊਚਰ ਦੇ ਵਰ ਕਿੰਗ ਮੇਕਰ। ਅੱਗੇ ਜਾ ਕੇ ਜਿਹੜੇ ਆਹੀ ਤੁਰਕੇ ਚਹਿਲਗਾਨੀ ਜਾਂ ਕਿਤੇ ਚਹਿਲਗਾਮੀ ਵੀ ਮਿਲ ਜਾਂਦਾ, ਐਮ ਤੋਂ ਵੀ ਮਿਲ ਜਾਂਦਾ, ਉਹ ਕੀ ਬਣ ਗਏ ਸੀਗੇ? ਕਿੰਗ ਮੇਕਰ ਬਣ ਗਏ ਸੀ, ਰਾਜਾ ਬਣਾਉਣ ਲੱਗ ਗਏ ਸੀਗੇ, ਠੀਕ ਹੈ। ਐਂਡ ਇਨ ਦਿਸ ਟਾਈਮ ਦਿੱਲੀ ਵਾਜ਼ ਵੈਰੀ ਫੇਮਸ। ਇਸ ਟਾਈਮ ਦਿੱਲੀ ਬਹੁਤ ਫੇਮਸ ਸੀ ਤੇ ਇਹਨੂੰ ਕੀ ਕਿਹਾ ਗਿਆ? ਹਜ਼ਰਤ ਏ ਦਿੱਲੀ ਕਿਹਾ ਗਿਆ। ਦਿੱਲੀ ਜਾਂ ਦਿੱਲੀ, ਇੱਥੇ ਦਿੱਲੀ ਨਾਮ ਆਊਗਾ, DILLI ਕੁਝ ਵੀ ਲਿਖ ਲਓ। ਹਜ਼ਰਤ ਏ ਦਿੱਲੀ ਕੇ ਇਸ ਦੇ ਟਾਈਮ ਦੇ ਉੱਤੇ, ਵੈਸੇ ਕਦੇ ਕੁਐਸਚਨ ਪੁੱਛਿਆ ਨਹੀਂ ਗਿਆ ਪਰ ਆ ਸਕਦਾ ਹੈ ਕਿ ਇਸ ਦੇ ਟਾਈਮ ਦੇ ਉੱਤੇ ਦਿੱਲੀ ਨੂੰ ਕੀ ਕਿਹਾ ਗਿਆ? ਤਾਂ ਹਜ਼ਰਤ ਏ ਦਿੱਲੀ ਕਿਹਾ ਗਿਆ। ਦਿੱਲੀ ਦੇ ਕੁਝ ਹੋਰ ਨਾਮ ਵੀ ਮਿਲਦੇ ਨੇ ਇਤਿਹਾਸਕਾਰਾਂ ਦੁਆਰਾ। ਦਿੱਲੀ ਸ਼ਰੀਫ, ਦਰ ਉਲ ਔਲੀਆ, ਕਿਉਂਕਿ ਇੱਥੇ ਨਿਜ਼ਾਮੁਦੀਨ ਔਲੀਆ ਜੀ ਆਏ ਸੀਗੇ। ਬਗਦਾਦ ਏ ਹਿੰਦ ਜਾਂ ਖੁਰਦੇ ਮੱਕਾ, ਔਰ ਦਾ ਟਾਈਟਲ ਲਿਟਲ ਮੱਕਾ, ਸੌਰੀ, ਤੇ ਲਿਟਲ ਮੱਕਾ ਵੀ ਇਹਨੂੰ ਕਿਤੇ ਕਿਹਾ ਗਿਆ ਹੈ, ਕਿਹਨੂੰ? ਦਿੱਲੀ, ਠੀਕ ਹੈ। ਇਹਨੇ ਕੀ ਕੀਤਾ? ਇਕਤੇਦਾਰੀ ਸਿਸਟਮ ਸਟਾਰਟ ਕੀਤਾ। ਤਾਂ ਇਹ ਪਹਿਲਾ ਸੁਲਤਾਨ ਸੀ ਜਿਹਨੇ ਇਕਤੇਦਾਰੀ ਸਿਸਟਮ ਸ਼ੁਰੂ ਕੀਤਾ। ਨੋ ਡਾਊਟ ਜਦੋਂ ਗੌਰੀ ਆਇਆ ਸੀ ਉਹਨੇ ਇੱਕ ਤਰੀਕੇ ਨਾਲ ਇਕਤਦਾਰ ਜਾਂ ਸਿਪਾਹ ਸਲਾਰ ਕਿਹਨੂੰ ਬਣਾਇਆ ਸੀਗਾ? ਹਾਂਜੀ, ਪੇਪਰ 'ਚ ਆ ਵੀ ਆਂਦਾ ਹੈ ਕਿ ਜਿਹੜਾ ਆਪਣੇ ਕੋਲੇ ਉਹ ਸੀਗਾ ਐਬਕ ਸੀਗਾ, ਜੇ ਉਹ ਸੁਲਤਾਨ ਨਹੀਂ ਸੀ ਤਾਂ ਉਹ ਕੀ ਸੀ? ਉਹ ਸਿਪਾਹ ਸਲਾਰ ਸੀਗਾ। ਸਿਪਾਹ ਉਹਨੂੰ ਕੀ ਕਿਹਾ ਗਿਆ? ਸਿਪਾਹ ਸਲਾਰ। ਇੱਕ ਤਰੀਕੇ ਨਾਲ ਰੂਲਰ ਹੀ ਸੀਗਾ ਪਰ ਉਹ ਰਾਜਾ ਨਹੀਂ ਸੀਗਾ, ਠੀਕ ਹੈ। ਉਹਨੂੰ ਸਿਪਾਹ ਸਲਾਰ ਕਿਹਾ ਗਿਆ, ਠੀਕ ਹੈ। ਸੋ ਇਹਨੇ ਇਕਤਦਾਰੀ ਸਿਸਟਮ ਸ਼ੁਰੂ ਕੀਤਾ। ਇਕਤਦਾਰੀ ਦਾ ਮਤਲਬ ਕੀ ਸੀ? ਮੰਨ ਲਓ ਇੱਥੇ ਕੋਈ ਗਿਆ, ਇਹ ਪੂਰਾ ਰਾਜ ਸੀਗਾ, ਇਹਨੇ ਦਿੱਲੀ ਤੋਂ ਭੇਜਤਾ ਵੀ ਇਹਨੂੰ ਜਿੱਤ ਕੇ ਆਓ, ਤਾਂ ਇੱਥੇ ਉਹ ਬੰਦੇ ਜਿੱਤ ਕੇ ਆਏ ਤਾਂ ਉਹਨਾਂ ਨੂੰ ਕੀ ਕਰਦਾ ਸੀ? ਜਿਹੜਾ ਵੀ ਜਿੱਤ ਕੇ ਆਂਦਾ ਉਹਨੂੰ ਇਹਦਾ ਇਕਤਾਦਾਰ ਬਣਾਉਂਦਾ ਸੀਗਾ। ਉਹ ਇੱਕ ਜ਼ਮੀਨ ਨੂੰ ਕੀ ਕਿਹਾ ਗਿਆ? ਇਕਤਾ। ਜਿਹੜਾ ਉੱਥੇ ਬੰਦਾ ਉੱਥੇ ਉਹਨੂੰ ਦੇਖ ਰੇਖ ਕਰਦਾ ਸੀ ਉਹਨੂੰ ਕੀ ਕਿਹਾ ਗਿਆ? ਇਕਤਾਦਾਰ। ਐਂ ਕਰਕੇ ਇਹਨੇ ਜ਼ਮੀਨਾਂ ਵੰਡਤੀਆਂ ਅਲੱਗ-ਅਲੱਗ ਇਕਤਿਆਂ ਦੇ ਵਿੱਚ, ਜਿਹਦਾ ਇਹਨੇ ਹੈੱਡ ਕਿਹਨੇ ਬਣਾਤਾ? ਇਕਤਾਦਾਰ ਨੂੰ ਬਣਾਤਾ। ਪਰ ਇਹ ਹੈਰੀਡੇਟਰੀ ਨਹੀਂ ਸੀਗਾ, ਮਤਲਬ ਕਿ ਮੰਨ ਕੇ ਚੱਲੋ ਇੱਕ ਜ਼ਮੀਨ ਜਿੱਤ ਲਈ, ਉਹਦਾ ਮੈਂ ਇਕਤਾਦਾਰ ਬਣ ਗਿਆ। ਪਰ ਜੇ ਮੈਂ ਕਹਾਂ ਕਿ ਅੱਗੇ ਮੇਰਾ ਮੁੰਡਾ ਉਹਦਾ ਇਕਤਾਦਾਰ ਬਣੇ, ਤਾਂ ਉਹਨੇ ਉਹ ਕਿਹਾ ਨਹੀਂ, ਜੋ ਯੋग्य ਹੋਊਗਾ ਉਹ ਇਕਤਾਦਾਰ ਹੋਊਗਾ, ਠੀਕ ਹੈ। ਜਿਹੜਾ ਯੋਗ ਹੋਊਗਾ, ਰਾਜਾ ਦਾ ਬੇਟਾ ਰਾਜਾ ਨਹੀਂ ਹੋਗਾ, ਠੀਕ ਹੈ। ਜੋ ਉਹਨੂੰ ਡਿਜ਼ਰਵ ਕਰਦਾ ਹੋਊਗਾ ਉਹੀ ਹੋਊਗਾ। ਤਾਂ ਕਰਕੇ ਉਹਨੇ ਇਕਤਾਦਾਰੀ ਹੈਰੀਡੇਟਰੀ ਨਹੀਂ ਸੀਗੀ,
ਜਿਹੜਾ ਕੁਸ਼ਲ ਹੋਊਗਾ ਉਹੀ, ਵੀ ਜੇ ਬੰਦਾ ਮਰ ਗਿਆ ਜਾਂ ਇਹਨੇ ਕੋਈ ਗਲਤ ਕੰਮ ਕਰਤਾ ਤਾਂ ਉਹਦੀ ਜਗ੍ਹਾ ਤੇ ਜਿਹੜਾ ਵੀ ਕੁਸ਼ਲ ਬੰਦਾ ਹੋਊਗਾ ਉਹ ਉੱਥੇ ਕੀ ਬਣ ਜਾਊਗਾ, ਇਕਤਾਦਾਰ ਬਣ ਜੂ। ਇਹਦੇ ਕੰਮ ਕੀ ਸੀ ਇਕਤਾਦਾਰ ਦੇ, ਕਲੈਕਟ ਰੈਵਨਿਊ, ਮਤਲਬ ਉੱਥੇ ਦਾ ਜੋ ਵੀ ਕੋਈ ਲੈਂਡ ਦਾ, ਕੋਈ ਜ਼ਮੀਨ ਦਾ ਕੋਈ ਵੀ ਟੈਕਸ ਟੁਕਸ ਆਊਗਾ ਉਹਨੂੰ ਕਲੈਕਟ ਕਰੂਗਾ ਤੇ ਰਾਜੇ ਨੂੰ ਦਊਗਾ। ਲੁੱਕ ਆਫਟਰ ਦ ਜੁਡੀਸ਼ੀਅਲ ਐਡਮਿਨਿਸਟ੍ਰੇਸ਼ਨ, मतलब कि जुडिशियल का मतलब की है जो भी जस्टिस के काम होंगे, कोई उत्थे लड़ाई झगड़ा होगा, कोई चोरी चैकारी होगा, उन्हें एक अपने लैवल के उत्ते कौन हल करूगा, इकतादार करूगा। जे कोई ज्यादा मामला बच जाए फिर उन्होंने कौन कित्थे लैके जाऊगा, अपने कोले दिल्ली कोर्ट के लैके जाऊगा भी वो अपने लैवल के उत्ते ओहदी की जांच पड़ताल भी कर सकदा सीगा। अगे किसी दा मेनटेन द आर्मी ऑफ देयर ओन, वो की करदा सी, एक छोटी जी आर्मी भी उत्थे रखदा सी कि बाई चांस उस एकता दे उत्ते जिहड़ी वो जमीन आ उहदे उत्ते कोई हमला कर दे तां उहनूं ओह डिफेंड कर सके। ठीक है, इत्थे वो अपनी आर्मी भी रख सकता सी, लॉ एंड ऑर्डर नूं मेनटेन करन लई। ऐ लगा लो लॉ एंड ऑर्डर भी कोई भी कोई गलत काम ना करे उन्होंने मेनटेन करने लिए इकतादार रख सकता सी। पर उहदे उपर इस टाइम भी कौन सीगा, इल्तुतमिश सीगा। अगे किया ही मेड अ पोस्ट ऑफ अमीर-ए-दाद, उन्हें एक अमीर-ए-दाद की पोस्ट भी बनाई, किने अपने को इल्तुतमिश ने। उसका काम की सी, कोतवाली और न्यायिक कार्यों का मंत्री अथवा उच्च अधिकारी प्रोत्साहन और बढ़ावा देने के लिए। इन्हों मैंने पंजाबी च लिखना नहीं आता तां करके मैंने एक कॉपी किया हिंदी दे विच अमीर-ए-दाद। इहदा एक तरीके नाल मतलब की सी कि जस्टिस दे लई दिल्ली दे विच जस्टिस दे लई की सीगा, इहने की बनाई एक अमीर-ए-दाद, एक तरीके नाल इहने जज बनाया पर जज तो उपर सीगा, मतलब कि जज की सलाह लैंदा सी या जज नूं कहंदा सी कि इहदा फैसला की करिए। ठीक है जी, तो वह गलबात सी। द पीपल हू वांट जस्टिस, जिन्हों भी जस्टिस चाहिए सी वो लाल कपड़े पा के आउंदा सीगा। ठीक है, इहदी खास गल सी कि जिन्हों जस्टिस चाहिए सी वो लाल कपड़े पा के आंदा सी। इहने बाहर एक शेर रखा है सी, उहदे गल च घंटी पा रखी, शेर नकली दा शेर बुत, तो जिन्हों भी कुछ चाहिए हुंदा सी, कोई जस्टिस चाहिए सी, वो घंटी नूं बजा के अंदर आ सकदा सी। ठीक है, जदों इल्तुतमिश मरिया, तुहानूं अगे जाके दसूंगा, जदों इल्तुतमिश मरिया तां जिहड़ी रजिया सुल्तान सी, रजिया सुल्तान नूं की कर गया, अपना उत्तराधिकारी नियुक्त कर गया सी, क्योंकि उहदा मुंडा नसरुद्दीन सीगा उहनूं ओह गद्दी देना चाहुंदा सी, पर ओह मर गया टाइम तो पहले ही। होर उहदा कोई भी मुंडा कहंदे ने किते किते लिखिया मिलदा इहदे 50 तो वध मुंडे सी, किते किते लिखिया मिलदा 4 मुंडे सी, मेनली इहदे 2 ही सीगे, एक रुकनुद्दीन एक नसरुद्दीन। नसरुद्दीन टाइम तो पहला ही मर गया जिहदी इहने टॉम बनवाई सी। ठीक है जी, वो भी अगे आऊगी। ते जिहड़ा रुकनुद्दीन सी ओह काम दा है नहीं सी, कुछ टाइम बैठा पर उहनूं इहने रजिया सुल्तान ने लाता, ये रजिया सुल्तान है। ठीक है, तो ਜਿਹੜੇ भी लाल कपड़े पा के आते ਇਹਦਾ मतलब की सी, ਉਹ एक फरियादी ने जिन्होंने इंसाफ चाहिए। ਤੇ ਜਦੋਂ इल्तुतमिश ने रजिया सुल्तान ਨੂੰ ਕੀ ਕਰਤਾ, अपना उत्तराधिकारी सौंपता कि ਅੱਜ ਤੋਂ रजिया सुल्तान मेरी की है उत्तराधिकारी है। पर ਜਿਹੜੇ ਫਿਰ ਉਹ ਸੀਗੇ अपना भी मतलब ਇਹਦੇ ਖਾਨਦਾਨ ਦੇ ਲੋਕ ਸੀਗੇ ਜਾਂ ਉੱਥੋਂ ਦੇ ਉਹ ਸੀਗੇ ਵੀ ਜਿਹੜੇ ਕਈ ਲੋਕ ਸੀਗੇ ਜਿਹੜੇ ਸੜਦੇ ਸੀ, ਕਿਉਂਕਿ ਇਹ ਇੱਕ फीमेल सीगी, यह एक फीमेल सी, मतलब किसी लोग एक औरत नूं उन्हां टाइमां दे, अज भी जे कोई औरत थोड़े ते थोड़ा जिहा रोब झाड़दे, अगले लोग कहंदे ने भी इहदा रोब झाड़दी है तां ऐ फलाना टमकाना। उस टाइम ओह पूरी दिल्ली सल्तनत दी जिहड़ी सीगी एक राजा बनने वाली सी, लोकां तो जरिया नहीं गया या कई लोकां तो नहीं जरिया गया, तां करके ओह रजिया सुल्तान लोकां दे विच गई, जिहड़ी आम जनता सी दिल्ली दे विच लाल कपड़े पा के भी मैनूं जस्टिस दो, भी मेरा पिता मैनूं राजा ऐलान के गया। तां रुकनुद्दीन बैठ गया सीगा कुछ टाइम लई, रुकनुद्दीन बैठ गया सी इहदा दूजा मुंडा। पर फिर लोकां दे कहण ते ਜਿਹੜੇ 40 नोबल ਸੀਗੇ ਉਹਨਾਂ ਦੇ ਕਹਿਣ ਦੇ ਉੱਤੇ रुकनुद्दीन ਨੂੰ ਲਾਤਾ। ਹਾਂਜੀ, ਪਹਿਲਾਂ ਜਿਹੜੇ 40 नोबल्स ਸੀਗੇ, 40 ਜਿਹੜੇ ਆਪਣੇ ਕੋਲੇ ਆਪਾਂ ਨੇ ਹੁਣੀ ਬੰਦੇ ਪੜ੍ਹੇ ਨੇ, ਚਹਿਲਗਾਨੀ ਤੁਰਕ, ਇਹ ਚਹਿਲਗਾਨੀ ਉਹ ਵੀ ਇਸ ਹੱਕ 'ਚ ਸੀਗੇ ਕਿ ਹਾਂਜੀ ਜਦੋਂ ਰਾਜਾ ਐਲਾਨ ਗਿਆ, ਇਲਤੁਤमिश ਇਹਨੂੰ ਰਾਜਾ ਐਲਾਨ ਗਿਆ ਤਾਂ ਇਹਨੂੰ ਹੀ ਰਾਜਾ ਬਣਾਓ। ਇੱਕ ਗੱਲ ਹੋਰ ਵੀ ਕਿਤੇ ਕਿਤੇ ਰजिया ਸੁਲਤਾਨਾ ਮਿਲਦਾ ਹੈ, ਸੁਲਤਾਨਾ ਨਹੀਂ ਸੀ, ਸੁਲਤਾਨਾ ਇੱਕ ਫੀਮੇਲ ਲਈ ਵਰਤਿਆ ਗਿਆ। ਇਹ रजिया ਸੁਲਤਾਨ ਸੀ, ਇਹਨੇ ਆਪਣੇ ਆਪ ਨੂੰ ਕਦੇ ਬੰਦੇ ਤੋਂ ਘੱਟ ਸਮਝਿਆ ਹੀ ਨਹੀਂ, ਇਹਦਾ ਰਾਜਕਾਜ ਵੀ ਐ ਜਾਈ ਸੀ। ਠੀਕ है, ਇਹਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਪੜਾਂਗੇ। सो इहने अपना उत्तराधिकारी एक तरीके नाल रजिया सुल्ताना नूं ऐलानिया, आपां अगे जाके इहदे बारे पढ़ दांगे, कोई चक्कर वाली गल नहीं, हजे आपां इहदे उत्ते रहना। तां लाल कपड़े पा के लोकां 'च जस्टिस मंगण गई भी मैनूं मेरा प्यो ऐलान के गया, मेरी हैल्प करो, तो बाद ये बन भी गई सी। आफ्टर द डेथ ऑफ ऐबक, ऐबक दे जान तो बाद कुबाचा मैं करिया, जलदूस ते होर राजपूत किंग जिहड़े भी सी ਉਹ इल्तुतमिश दे दुश्मन बन गए। कुबाचा ते जलदूस तां बन गए कि ਅਸੀਂ ਹੁਣ ਦਿੱਲੀ ਹਥਿਆਣਾ, ऐबक मर गया, उत्थे कोई बंदा है नहीं ਉਹਦਾ कोई। ठीक है, ਤੇ ਜਿਹੜੇ ਰਾਜਪੂਤ ਕਿੰਗ ਸੀਗੇ ਜਿਹੜੇ ਵੀ ਉਹਨੇ ਜਿੱਤੇ ਹੋਏ ਸੀ ऐबक ने, ਉਹ ਵੀ ਖੜੇ ਹੋ ਗਏ ਵੀ ਅਸੀਂ ਤਾਂ ਹੁਣ ਖੜੇ ਹੁੰਨੇ ਆ ਵੀ ਸਾਡਾ ਜਿਹੜਾ ਬੰਦਾ ਸੀਗਾ ਜਿਹਨੇ ਸਾਡੇ ਤੇ ਰਾਜ ਕਰਨਾ ਸੀਗਾ ਉਹ ਤਾਂ ਮਰ ਗਿਆ, ਅੱਗੇ ਕੋਈ ਹੈ ਨਹੀਂ। ਤਾਂ ਉਹ ਵੀ ਕੀ ਕਰਨ ਲੱਗੇ, ਇਹਦੇ ਖਿਲਾਫ ਵਿਦਰੋਹ ਕਰਨ ਲੱਗੇ, ਰਿਵੋਲਟ ਕਰਨ ਲੱਗੇ। ਤਾਂ ਉਹਨੇ ਕੱਲੇ ਕੱਲੇ ਕਰਕੇ ਕੁਬਾਚਾ ਨੂੰ ਵੀ ਜਲਦੂਸ ਦੇ ਨਾਲ ਉਹਦਾ ਬੈਟਲ ਆਫ ਤਰਾਈਨ ਹੋਇਆ, ਉਹਨੂੰ ਮਰਾਇਆ। ਆ ਦੇਖੋ, ਦੈਨ ਫੇਮਸ ਥਰਡ ਬੈਟਲ ਆਫ ਤਰਾਈਨ ਹੋਈ, ਜਿਹਦੇ ਵਿੱਚ 1215 ਜਾਂ 1216 ਜਿਹੜੇ ਸਬੂਤ ਮਿਲਦੇ ਨੇ। ਜਲਦੂਸ ਨੂੰ ਹਰਾਤਾ ਕਿਨੇ, इल्तुतमिश ने। ठीक है, यलदूज ਨੂੰ ਹਰਾਤਾ इल्तुतमिश ने, ਤੇ इल्तुतमिश ने आता साफ करता। ਕਹਿੰਦੇ ਨੇ यलदूज ਉੱਥੋਂ ਹਾਰ ਕੇ ਆਇਆ ਸੀ, ਗਜ਼ਨੀ ਤੋਂ ਹਾਰ ਕੇ ਆਇਆ ਸੀਗਾ, ख्वाजा ख्वारजारिया ਅੱਗੇ ਨਾਮ ਆਊਗਾ, ਉਸ ਡਾਇਨੈਸਟੀ ਤੋਂ ਮੈਂ ਦੱਸ ਦਿੰਦਾ ਆ ਜੀ, ख्वारिज़मी। ठीक है, ख्वारिज़मी नाम शायद मैं गलत बोल रहा। ਤਾਂ ਇਹਨਾਂ ਨੇ ਕੀ ਕਰਤਾ ਸੀਗਾ, ਇਹ ख्वारिज़मियां ने ਇਹਨੂੰ ਹਰਾਤਾ
ਜਲਦੂਜ਼ ਨੂੰ ਤਾਂ ਇਹ ਹਾਰ ਕੇ ਲਾਹੌਰ ਆਇਆ। ਲਾਹੌਰ ਦੇ ਵਿੱਚ ਕੌਣ ਸੀ? ਕੁਬਾਚਾ, ਤੇ ਕੁਬਾਚਾ ਨੂੰ ਗੱਦੀ ਤੋਂ ਲਾ ਕੇ ਉਹਨੂੰ ਡਰਾ ਧਮਕਾ ਕੇ ਜਲਦੂਜ਼ ਉੱਥੇ ਬੈਠ ਗਿਆ। ਉਸ ਤੋਂ ਬਾਅਦ ਇਹਨਾਂ ਦੀ ਲੜਾਈ ਕਿੱਥੇ ਹੋਈ? 1215-16 ਦੇ ਵਿੱਚ ਬੈਟਲ ਆਫ ਤਰਾइन ਦੀ ਤੀਜੀ ਲੜਾਈ ਕਹੀ ਜਾਂਦੀ ਹੈ, ਜਿਹਦੇ ਵਿੱਚ ਜਲਦੂਜ਼ ਹਾਰ ਗਿਆ ਤੇ ਇਲਤੁਤਮਿਸ਼ ਜਿੱਤ ਗਿਆ। ਠੀਕ ਹੈ ਜੀ। ਇਹਨੇ ਕੈਪੀਟਲ ਕਿੱਥੋਂ ਸ਼ਿਫਟ ਕੀਤੀ? ਲਾਹੌਰ ਤੋਂ ਦਿੱਲੀ ਦੇ ਵਿੱਚ ਸ਼ਿਫਟ ਕਰਤੀ। ਹੀ ਸਟਾਰਟਡ ਸਿਲਵਰ ਕੁਆइन, ਇਹ ਬਹੁਤ ਇੰਪੋਰਟੈਂਟ ਹੈ। ਇਹਨੇ ਸਿਲਵਰ ਤੇ ਕਾਪਰ ਦੇ ਕੁਆइन ਇਸ਼ੂ ਕੀਤੇ। ਸਿਲਵਰ ਦੇ ਕੁਆइन ਨੂੰ ਕੀ ਕਿਹਾ ਗਿਆ? ਟੰਕਾ ਕਿਹਾ ਗਿਆ, ਤੇ ਕਾਪਰ ਦੇ ਕੁਆइन ਨੂੰ ਕੀ ਕਿਹਾ ਗਿਆ? ਜਿੱਤਲ। ਇਹਨੇ ਇੱਕ ਮਤਲਬ ਵਪਾਰ ਦੇ ਕੰਮ ਦੇ ਵਿੱਚ ਵੀ ਇਹਨੇ ਬਾਹਰ ਵਪਾਰ ਵਧਾਉਣਾ ਸੀ, ਕਿਉਂਕਿ ਜੇ ਪੈਸਾ ਹੋਊਗਾ ਰਾਜ ਕੋਲੇ ਤਾਂ ਹੀ ਰਾਜ ਜਿਹੜਾ ਵੀ ਜਿੱਤੂਗਾ। ਇਹ ਜਿੱਥੇ ਵੀ ਜਿੱਤੂਗਾ ਉੱਥੇ ਤਾਂ ਹੀ ਲੋਕਾਂ ਨੂੰ ਆਪਣਾ ਰੁਜ਼ਗਾਰੀ ਦੇਊਗਾ, ਪੈਸੇ ਦੇਊਗਾ, ਤਾਂ ਹੀ ਉਹ ਖੁਸ਼ਹਾਲ ਬਣੂਗਾ। ਤਾਂ ਕਰਕੇ ਇਹਨੂੰ ਕਰੰਸੀ ਬਣਾਈ ਕਿਹੜੀ? ਸਿਲਵਰ ਕੁਆइन ਤੇ ਜਿੱਤਲ ਕੁਆइन। ਆ ਦੇਖੋ, ਆ ਸਿਲਵਰ ਤੇ ਆ ਸਿਲਵਰ ਕੁਆइन ਹੈ। ਠੀਕ ਹੈ, ਜਿੱਤਲ ਮੈਨੂੰ ਮਿਲਿਆ ਨਹੀਂ ਹੈਗਾ, ਤਾਂ ਇਹ ਸਿਲਵਰ ਕੁਆइन ਜਿਹਨੂੰ ਟੰਕਾ ਕਿਹਾ ਗਿਆ ਤੇ ਕਾਪਰ ਕੁਆइन ਆਪਾਂ ਨੂੰ ਜਿੱਤਲ ਕਿਹਾ ਗਿਆ। ਓਕੇ। ਹੀ ਮੇਡ ਹਿਸ ਸਨ ਨਸਰੁਦੀਨ ਮਹਿਮੂਦ। ਹਾਂਜੀ, ਉਹਦਾ ਨਾਮ ਕਿਸੇ ਦੇ ਮੁੰਡੇ ਦਾ ਨਸੀਰੁਦੀਨ ਮਹਿਮੂਦ, ਜਿਹਦੀ ਇਹ ਆਪਣਾ ਰਾਜਾ ਬਣਾਉਣਾ ਚਾਹੁੰਦਾ ਸੀ ਇਲਤੁਤਮਿਸ਼, ਪਰ ਉਹ ਟਾਈਮ ਤੋਂ ਪਹਿਲੇ ਕੀ ਹੋ ਗਿਆ? ਮਰ ਗਿਆ। ਤਾਂ ਉਹਦੀ ਟੌਂਬ ਬਣਾਈ, ਮਕਬਰਾ ਬਣਵਾਇਆ ਕਿੱਥੇ? ਸੁਲਤਾਨਗੜੀ ਟੌਂਬ। ਕਿੱਥੇ ਬਣਾਇਆ? ਦਿੱਲੀ ਦੇ ਵਿੱਚ। ਉਹਨੂੰ ਕੀ ਕਿਹਾ ਗਿਆ? ਸੁਲਤਾਨਗੜੀ ਟੌਂਬ। ਆ ਉਹ ਟੌਂਬ ਦੀ ਫੋਟੋ ਹੈ, ਸੁਲਤਾਨਗੜੀ ਟੌਂਬ ਦੀ ਫੋਟੋ ਹੈ। ਕਿੱਥੇ ਹੈ? ਦਿੱਲੀ ਦੇ ਵਿੱਚ। ਕਹਿੰਦੇ ਨੇ ਕੁਤਬੁਦੀਨ ਐਬਕ ਤੋਂ ਬਾਅਦ ਇਹਨੇ ਸਿਰਫ ਇਹਦਾ ਮਕਬਰਾ ਬਣਾਇਆ। ਤਾਂ ਇੱਥੇ ਕੀ ਹੈ? ਇਹਨੂੰ ਫਾਦਰ ਆਫ ਟੌਂਬ ਵੀ ਕਿਹਾ ਜਾਂਦਾ ਇੰਡੀਆ। ਮਤਲਬ ਕਿ ਇਹਨੇ ਪਹਿਲੀ ਵਾਰੀ ਟੌਂਬ ਬਣਾਇਆ ਸੀਗਾ, ਪਹਿਲੀ ਵਾਰੀ ਕੋਈ ਟੌਂਬ ਬਣਾਇਆ ਸੀ ਇੰਡੀਆ ਦੇ ਵਿੱਚ, ਕਿਉਂਕਿ ਇਹ ਤੋਂ ਪਹਿਲਾਂ ਕੋਈ ਵੀ ਮਕਬਰੇ ਇੰਡੀਆ ਦੇ ਵਿੱਚ ਨਹੀਂ ਸੀਗਾ। ਤਾਂ ਕਰਕੇ ਇਹਨੇ ਬਣਾਇਆ ਸੀਗਾ। ਐਬਕ ਦਾ ਵੀ ਇਹਨੇ ਬਣਾਇਆ, ਕੁਤਬੁਦੀਨ ਐਬਕ ਦਾ, ਤੇ ਆਪਣੇ ਮੁੰਡੇ ਦਾ ਵੀ ਇਸਨੇ ਹੀ ਬਣਾਇਆ। ਇਹਨੇ ਜਾਮਾ ਮਸਜਿਦ ਬਣਾਈ ਸੀ ਬਦਾयूं ਦੇ ਵਿੱਚ। ਆ ਬਦਾयूं ਦੇ ਵਿੱਚ ਜਾਮਾ ਮਸਜਿਦ ਹੈ, ਜਦੋਂ ਇਹ ਗਵਰਨਰ ਹੁੰਦਾ ਸੀ। ਹੀ ਮੇਡ ਗੰਦਕ ਕੀ ਬਾਉਲੀ ਇਨ ਮਹਿਰੌਲੀ। ਇਹਨੇ ਗੰਦਕ ਦੀ ਬਾਉਲੀ ਬਣਾਈ ਮਹਿਰੌਲੀ ਦੇ ਵਿੱਚ। ਠੀਕ ਹੈ, ਉਹਦੀ ਫੋਟੋ ਸ਼ਾਇਦ ਇੱਥੇ ਹੈ ਨਹੀਂਗੀ, ਉਹ ਲੱਗੀ ਨਹੀਂ ਹੋਣੀ, ਸੌਰੀ। ਤਾਂ ਇਹਨੇ ਗੰਦਕ ਦੀ ਗੰਦਕ ਦੀ ਬਾਉਲੀ ਬਣਵਾਈ, ਸੌਰੀ, ਗੰਦਕ ਦੀ ਬਾਉਲੀ ਇਹ ਕਿੱਥੇ ਬਣਾਈ ਸੀ? ਇਹਨੇ ਮਹਿਰੌਲੀ। ਤੇ ਮਹਿਰੌਲੀ ਕਿੱਥੇ ਹੈ? ਦਿੱਲੀ ਦੇ ਵਿੱਚ ਹੀ ਹੈ। ਮਹਿਰੌਲੀ ਦਿੱਲੀ ਦੇ ਵਿੱਚ ਹੀ ਹੈ, ਜਿੱਥੇ ਕੁਤੁਬ ਮੀਨਾਰ ਬਣਿਆ ਹੋਇਆ। ਕੁਤੁਬ ਮੀਨਾਰ ਮਹਿਰੌਲੀ ਦੇ ਵਿੱਚ ਹੀ ਬਣਿਆ ਹੋਇਆ। ਹੀ ਆਲਸੋ ਮੇਡ ਟੌਂਬ ਆਫ ਐਬਕ ਨੀਅਰ ਕੁਤੁਬ ਮੀਨਾਰ, ਜਾਂ ਕੁਤੁਬ ਮੀਨਾਰ ਜਿਹੜਾ ਪੂਰੇ ਦਾ ਪੂਰਾ ਪਰਿਸਰ ਹੈ ਉਹਦੇ ਵਿੱਚ ਹੀ ਬਣਾਈ ਸੀ ਇਹਨੇ ਐਬਕ ਦੀ ਟੌਂਬ, ਕੁਤਬਦੀਨ ਐਬਕ ਦੀ। ਠੀਕ ਹੈ ਜੀ। ਅੱਗੇ ਕੀ ਹੈ? ਮੇਡ ਮਦਰਸਾਏ ਮੁਇਜ਼ੀ। ਦਿੱਲੀ ਦੇ ਵਿੱਚ ਇਹਨੇ ਮਦਰਸਾਏ ਮੁਇਜ਼ੀ ਬਣਾਇਆ। ਤੁਹਾਨੂੰ ਪਤਾ ਹੈ ਮੁਇਜ਼ੁਦੀਨ ਕਿਹਦਾ ਨਾਮ ਸੀ? ਮੁਹੰਮਦ ਗੌਰੀ। ਤਾਂ ਮੁਹੰਮਦ ਗੌਰੀ ਦੀ ਯਾਦ ਦੇ ਵਿੱਚ ਇਹਨੇ ਮਦਰਸਾਏ ਮੁਇਜ਼ੀ ਬਣਾਇਆ। ਆ ਕੀ ਆਪਣੇ ਕੋਲੇ? ਮਦਰਸਾਏ ਮੁਇਜ਼ੀ, ਜਾਂ ਇਹਨੂੰ ਐ ਕਹਿ ਦੋ ਸਭ ਤੋਂ ਪਹਿਲਾ ਮਦਰਸਾ। ਮਦਰਸਾ ਕੀ ਹੁੰਦਾ? ਜਿੱਥੇ ਐਜੂਕੇਸ਼ਨ ਦਿੱਤੀ ਜਾਂਦੀ ਹੈ, ਮੁਸਲਿਮ ਐਜੂਕੇਸ਼ਨ ਦਿੱਤੀ ਜਾਂਦੀ ਹੈ। ਉਹ ਇਹਨੇ ਪਹਿਲੀ ਵਾਰ ਦਿੱਲੀ ਦੇ ਵਿੱਚ ਬਣਾਇਆ। ਕਿਹਦੇ ਨਾਮ ਤੇ? ਮੁਹੰਮਦ ਗੌਰੀ ਦੇ ਨਾਮ ਤੇ। ਤਾਂ ਆਹ ਵਾਲੀ ਉਹਦੀ ਫੋਟੋ ਹੈ। ਇਨ ਹਿਸ ਕੋਰਟ देयर वाज फेमस पॉइंट नेम मिनहज आई सिराज जुसजानी, ਜਿਹਨੂੰ ਕਲਾ ਮਿਨਹਜ ਜਾਂ ਮਿਨਾਜ਼ ਆਈ ਸਿਰਾਜ ਕਿਹਾ ਜਾਂਦਾ। ਠੀਕ ਹੈ ਜੀ। ਇਹ ਇਹਦੇ ਕੋਰਟ ਦੇ ਵਿੱਚ ਬਹੁਤ ਹੀ ਫੇਮਸ ਕੀ ਸੀਗਾ? ਪੋਇਟ ਸੀਗਾ। ਥੱਲੇ ਕਮੈਂਟ ਕਰਕੇ ਜੇ ਕਿਸੇ ਨੂੰ ਪਤਾ ਤਾਂ ਇਹਦੀ ਲਿਖੀ ਹੋਈ ਬੁੱਕ ਦੱਸਿਓ। ਵੈਸੇ ਮੈंने ਇੱਥੇ ਲਿਖਤਾ, ਸੌਰੀ, ਤਬਕਤ ਏ ਨਸੀਰੀ। ਤਬਕਤ ਏ ਨਸੀਰੀ ਇਹਦੀ ਫੇਮਸ ਬੁੱਕ ਸੀ, ਕਿਹਦੀ? ਮਿਨਹਜ ਆਈ ਸਿਰਾਜ ਦੀ। ਠੀਕ ਹੈ। ਉਹ ਤੋਂ ਬਾਅਦ ਮੋਸਟ ਇੰਪੋਰਟੈਂਟ ਚੀਜ਼ ਕੀ ਹੋਇਆ ਜੀ ਇਹਦੇ ਰਾਜ ਦੇ ਵਿੱਚ? ਅਟੈਕ ਆਫ ਚੰਗੇਜ਼ ਖਾਨ, ਜਾਂ ਕਿਤੇ ਗੈਂਗੀਜ਼ ਖਾਨ ਲਿਖਿਆ ਮਿਲਦਾ, ਨਾਮ ਇਹਦਾ ਚੰਗੇਜ਼ ਖਾਨ ਹੀ ਹੈ। ਨਾਮ ਇਹਦਾ ਚੰਗੇਜ਼ ਖਾਨ ਹੀ ਹੈ। ਇਹ ਬਹੁਤ ਹੀ ਇੰਪੋਰਟੈਂਟ ਹੈ। ਠੀਕ ਹੈ। ਹੁਣ ਤੱਕ ਆਪਾਂ ਨੇ ਇਲਤੁਤਮਿਸ਼ ਦੇ ਬਾਰੇ ਪੜਿਆ, ਪਰ ਇਲਤੁਤਮਿਸ਼ ਚੰਗੇਜ਼ ਖਾਨ ਦੇ ਬਿਨਾ ਅਧੂਰਾ ਹੈ। ਚੰਗੇਜ਼ ਖਾਨ ਇੱਕ ਇਹੋ ਜਿਹਾ ਰਾਜਾ ਸੀ, ਕਹਿੰਦੇ ਨੇ ਜਿੱਥੋਂ ਲੰਘਦਾ ਸੀਗਾ ਉੱਥੇ ਸਾਰਾ ਖੰਡਰ ਕਰ ਦਿੰਦਾ ਸੀ, ਲਾਸ਼ਾਂ ਦੇ ਢੇਰ ਵਿਛਾ ਦਿੰਦਾ ਸੀ। ਲੋਕਾਂ ਦੀ ਕਹਿੰਦਾ ਖੋਪੜੀਆਂ ਹੁੰਦੀਆਂ ਨੇ, ਖੋਪੜੀਆਂ, ਉਹਦੇ ਦੇ ਟਿੱਲੇ ਬਣਾਉਂਦਾ ਸੀ, ਟਿੱਲੇ। ਠੀਕ ਹੈ ਜੀ। ਕੀ ਹੋਇਆ ਸੀਗਾ? ਚੰਗੇਜ਼ ਖਾਨ, ਅਟੈਕ ਆਫ ਚੰਗੇਜ਼ ਖਾਨ ਹੋਇਆ। ਇਹ ਤੋਂ ਬਾਅਦ ਆਪਾਂ ਚੰਗੇਜ਼ ਖਾਨ ਬਾਰੇ ਥੋੜਾ ਜਿਹਾ ਪੜਾਂਗੇ, ਪਰ ਇਹਦੀ ਮੈਨੇ ਉਹ ਤਾਂ ਦੱਸਤੀ ਕਰਿਊਲਤੀ। ਕੀ ਹੋਇਆ ਸੀਗਾ? ਜਿਹੜਾ ਖਵਾਰਿਜ਼ਮੀ ਕਨਕੁਇਸਟ ਦਾ ਗਜ਼ਨੀ, ਜਦੋਂ ਉਹ ਭੱਜਿਆ, ਜਲਦੂਸ ਭੱਜਿਆ, ਤਾਂ ਉੱਥੇ ਜਲਦੂਸ ਸੀਗਾ। ਤਾਂ ਜਿਹੜੀ ਖਵਾਰਿਜ਼ਮੀ ਸੀਗੀ, ਇਹਨਾਂ ਨੇ ਗਜ਼ਨੀ ਦੇ ਉੱਤੇ ਕਬਜ਼ਾ ਕਰ ਲਿਆ ਤੇ ਜਲਦੂਸ ਨੂੰ ਭਜਾ ਦਿੱਤਾ। ਤੇ ਜਲਦੂਸ ਕਿੱਥੇ ਚਲਾ ਗਿਆ ਸੀ? ਲਾਹੌਰ ਦੇ ਵਿੱਚ, ਜਿਹਨੇ ਕੁਬਾਚਾ ਨੂੰ ਰਿਮੂਵ ਕਰਤਾ। ਇਹ ਕਹਾਣੀ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ। ਪਰ ਕਹਿੰਦੇ ਨੇ ਇੱਕ ਵਾਰੀ ਜਦੋਂ ਚੰਗੇਜ਼ ਖਾਨ, ਜਿਹੜਾ ਚੰਗੇਜ਼ ਖਾਨ ਸੀ ਨਾ, ਛੋਟੇ ਹੁੰਦੇ ਉਹਦਾ ਵਿਆਹ ਹੋ ਗਿਆ, ਤੇ ਲਗਭਗ 3-4 ਸਾਲ ਬਾਅਦ ਜਦੋਂ ਵਿਆਹ ਹੋਇਆ ਤਾਂ ਉਹਦੇ ਛੋਟੇ ਹੁੰਦੇ ਦੇ ਪਿਓ ਨੂੰ ਮਾਰਤਾ ਲੋਕਾਂ ਨੇ, ਮਤਲਬ ਕਿਸੇ ਨੇ ਵੀ ਲਾ ਲਓ। ਤਾਂ ਉਹ ਤੋਂ ਬਾਅਦ ਜਦੋਂ ਵਿਆਹ ਹੋਇਆ ਤਾਂ ਉਹਦੀ ਜਿਹੜੀ ਜਨਾਨੀ ਸੀ ਉਹਨੂੰ ਕਿਡਨੈਪ ਕਰਕੇ ਲੈ ਗਏ। ਅਗਲੇ ਦਾ ਖੂਨ ਖੋਲ ਗਿਆ। ਕਹਿੰਦੇ ਨੇ ਜਰ, ਜੋਰੂ ਤੇ ਜ਼ਮੀਨ, ਆਹ ਤਿੰਨ ਚੀਜ਼ਾਂ ਬੰਦੇ ਨੂੰ ਲੜਾ ਦਿੰਦੀਆਂ ਨੇ। ਜਰ ਮਤਲਬ ਆਪਣੇ ਕੋਲ ਸੋਨਾ, ਜੋਰੂ ਮਤਲਬ ਜਨਾਨੀ, ਜ਼ਮੀਨ ਤੁਹਾਨੂੰ ਪਤਾ ਹੀ ਹੈ। ਤਾਂ ਇਹ ਜਰ ਜੋਰੂ ਜ਼ਮੀਨ ਪਿੱਛੇ, ਹਰੇਕ ਲੜਾਈ ਜਰ ਜੋਰੂ ਜ਼ਮੀਨ ਪਿੱਛੇ ਹੋਈ ਹੈ। ਤਾਂ ਕਰਕੇ ਉਹਨੂੰ ਆਪਣੀ ਪਤਨੀ ਦਾ, ਵਾਈਫ ਦਾ ਪਿਆਰ ਹੀ ਇੰਨਾ ਸੀਗਾ ਕਿ ਉਹਨੇ ਉਹ ਕਿਡਨੈਪਰਾਂ ਨਾਲ ਲੋਹਾ ਲੈ ਲਿਆ। ਲੋਹਾ ਲੈਣਾ ਮਤਲਬ ਕੀ ਹੈ? ਜੰਗ ਲੜੀ ਤੇ ਉਹਨਾਂ ਨੂੰ ਹਰਾਤਾ। ਬਸ ਉਹ ਤੋਂ ਬਾਅਦ ਉਹਦੇ ਮਨ 'ਚ ਇੰਨੀ ਕਰੂਰਤਾ, ਇੰਨੀ ਅੱਗ ਭਰ ਗਈ, ਉਹ ਦੁਨੀਆ ਨੂੰ ਜਿੱਤਣ ਚਲਾ ਗਿਆ। ਇੱਕ ਮੰਗੋਲ ਸੀਗਾ ਜੀ, ਕਿੱਥੋਂ ਦਾ ਰਾਜਾ ਸੀਗਾ? ਮੰਗੋਲ ਦਾ ਰਾਜਾ ਸੀਗਾ। ਠੀਕ ਹੈ। ਅੱਗੇ ਜਾ ਕੇ ਜਿਹੜਾ ਬਾਬਰ ਆਊਗਾ, ਬਾਬਰ ਇਹਦਾ ਵੰਸ਼ ਦੂਗਾ। ਇਹ ਨਹੀਂ ਹੈਗਾ ਜੀ, ਇਹ ਮੰਗਬਰ ਨਹੀਂ ਹੈ, ਅੱਗੇ ਦੱਸੂਗਾ। ਠੀਕ ਹੈ। ਉਹ ਤੋਂ ਬਾਅਦ ਇਹਨੇ ਕਿਹਾ ਮੈਂ ਤਾਂ ਵੀ ਬਸ ਮੈਂ ਤਾਂ ਤਹਿਸ ਨਹਿਸ ਕਰ ਦੂੰ ਦੁਨੀਆ। ਕਹਿੰਦੇ ਨੇ ਲਗਭਗ ਜਿੱਥੋਂ ਇਹ ਜਾਂਦਾ ਸੀਗਾ
ਉੱਥੇ ਇੰਨੀ ਲਾਸ਼ਾਂ ਵਿਕ ਜਾਂਦੀ ਸੀ, ਉੱਥੇ ਕੋਈ ਬੰਦਾ ਜਿਉਂਦਾ ਨਹੀਂ ਬਚਦਾ ਸੀਗਾ ਤੇ ਉੱਥੇ ਜੰਗਲ ਉੱਗ ਜਾਂਦੇ ਸੀ। ਕਹਿੰਦੇ ਨੇ ਕਾਰਬਨ ਡਾਈਆਕਸਾਈਡ ਘਟ ਗਈ ਸੀ ਉਸ ਟਾਈਮ ਤੇ, ਜਿਸ ਟਾਈਮ ਇਹਦਾ ਰਾਜ ਸੀਗਾ ਵੀ ਇਹਨੇ ਇੰਨੇ ਲੋਕਾਂ ਦਾ ਕਤਲੇਆਮ ਕੀਤਾ ਕਿ ਸਾਰਾ ਕੁਝ ਹੀ ਖੰਡਰ ਹੋ ਗਿਆ ਤੇ ਉੱਥੇ ਜੰਗਲ ਉੱਗ ਪਏ ਸੀ। ਠੀਕ ਹੈ ਜੀ। ਈਰਾਨ ਦੀ ਆਬਾਦੀ ਲਗਭਗ 25 ਲੱਖ ਤੋਂ 2.5 ਲੱਖ ਰਹਿ ਗਈ ਸੀ। ਕਹਿੰਦੇ ਨੇ ਜੀ, ਕਿੰਨਾ ਸੱਚ ਹੈ ਕਿੰਨਾ ਝੂਠ ਹੈ ਇਹ ਨਹੀਂ ਪਤਾ, ਪਰ ਬਹੁਤ ਹੀ ਜ਼ਿਆਦਾ ਕਰੂਰ ਸੀਗਾ। ਉਹ ਤੋਂ ਬਾਅਦ ਕੀ ਹੋਇਆ, ਠੀਕ ਹੈ ਜੀ, ਉਹ ਤੋਂ ਬਾਅਦ ਜਿਹੜਾ ਖਵਾਰਿਜ਼ਮੀ ਅੰਪਾਇਰ ਸੀ ਇਹ ਡਿਸਟਰੋਏ ਕਰਤਾ ਚੰਗੇਜ਼ ਖਾਨ ਨੇ। ਕਿਉਂ ਕਰਤਾ? ਕਹਿੰਦਾ ਇਹਨੇ ਚਲੋ ਜਿੱਤਣੀ ਸੀਗੀ ਤਾਂ ਇਹ ਗਿਆ, ਇਹਨੇ ਆਪਣਾ ਦੂਤ ਭੇਜਿਆ, ਇਹਨੇ ਆਪਣਾ ਚਲੋ ਦੂਤ ਭੇਜਿਆ, ਠੀਕ ਹੈ। ਦੂਤ ਨੂੰ ਉੱਥੇ ਜਾ ਕੇ ਕਹਿੰਦਾ ਖਵਾਰਿਜ਼ਮੀ ਜਿਹੜਾ ਅੰਪਾਇਰ ਸੀਗਾ ਉਹਦਾ ਰਾਜਾ ਸੀਗਾ ਜਲਾਲੂਦੀਨ ਮੰਗਬਰਨੀ, ਆ ਰਾਜਾ ਸੀਗਾ ਜੀ ਜਲਾਲੂਦੀਨ ਮੰਗਬਰਨੀ, ਉੱਥੋਂ ਦਾ ਰਾਜਾ ਸੀਗਾ। ਉਹਨੂੰ ਕਹਿੰਦਾ ਵੀ ਤੂੰ ਮੇਰੇ ਅੰਡਰ ਹੋ ਜਾ। ਉਹਨੇ ਸੋਚਿਆ ਵੀ ਉਹਨੂੰ ਪਤਾ ਨਹੀਂ ਹੋਣਾ ਵਿਚਾਰਾ, ਅੱਜ ਕੱਲ ਤਾਂ ਜਿਵੇਂ ਹੁਣ ਮੈਂ ਕਹਾਂ ਕਿ ਪੁਤਿਨ ਬਹੁਤ ਜ਼ਿਆਦਾ ਉਹ ਹੈ, ਤਾਕਤਵਰ ਹੈ ਵਲਾਦੀਮੀਰ ਪੁਤਿਨ, ਤਾਂ ਤੁਸੀਂ ਨੈਟ ਤੇ ਸਰਚ ਕਰੋਗੇ ਤੁਹਾਨੂੰ ਪਤਾ ਲੱਗ ਜੂ। ਉਹਨੂੰ ਵਿਚਾਰੇ ਨੂੰ ਹਜੇ ਪਤਾ ਨਹੀਂ ਸੀਗਾ ਕਿਹਨੂੰ, ਆਸਮਨ ਨੂੰ, ਜਲਾਲੂਦੀਨ ਮੰਗਬਰਨੀ ਨੂੰ ਪਤਾ ਨਹੀਂ ਸੀਗਾ ਵੀ ਜਿਹੜਾ ਚੰਗੇਜ਼ ਖਾਨ ਆ ਉਹ ਕਿੰਨਾ ਕੁ ਹੀ ਤਕੜਾ ਹੈ। ਤਾਂ ਉਹਨੇ ਕੀ ਕਿਹਾ, ਲੈ ਤੂੰ ਆਏਗਾ ਤੂੰ ਮਲਾਏਗਾ। ਉਹਨੂੰ ਗੁੱਸਾ ਚੜ ਗਿਆ। ਤੇ ਜੇ ਤੁਹਾਨੂੰ ਪਤਾ ਹੋਵੇ, ਤੁਹਾਨੇ ਆਪਣੇ ਕੋਲੇ ਰਮਾਇਣ ਦੇਖੀ ਹੋਵੇ, ਦੂਤ ਦੇ ਉੱਤੇ ਕਦੇ ਵੀ ਕੋਈ ਹੱਥ ਨਹੀਂ ਚੱਕਿਆ ਜਾਂਦਾ, ਦੂਤ ਨਾਲ ਕੋਈ ਵੀ ਦੁਰਵਿਵਹਾਰ ਨਹੀਂ ਕੀਤਾ ਜਾਂਦਾ, ਕਿਉਂਕਿ ਉਹਦਾ ਕੰਮ ਸਿਰਫ ਸੰਦੇਸ਼ ਲੈ ਕੇ ਆਉਣਾ ਹੈ। ਪਰ ਇਹ ਆਪਣੀ ਤਾਕਤ ਦੇ ਵਿੱਚ ਚੂਰ ਲਗਾ ਲਓ, ਕਿਉਂਕਿ ਇਹਨੇ ਇੱਕ ਤਰੀਕੇ ਨਾਲ ਗਜ਼ਨੀ ਨੂੰ ਹਰਾਇਆ ਸੀਗਾ, ਤਾਂ ਯਲਦੂਜ਼ ਨੂੰ ਹਰਾਇਆ ਸੀਗਾ, ਤਾਂ ਇਹਨੇ ਕੀ ਕਿਹਾ ਵੀ ਉਹਦਾ ਸਿਰ ਕੱਟ ਕੇ ਭੇਜਤਾ ਦੁਬਾਰਾ ਕਿਹਦੇ ਕੋਲੇ, ਚੰਗੇਜ਼ ਖਾਨ ਕੋਲੇ, ਵੀ ਆਹ ਚੱਕ ਵੀ ਮੈਂ ਤੇਰੇ ਦਿਨ ਤਾਂ ਨਹੀਂ ਮੰਨਦਾ। ਅਗਲਾ ਤਾਂ ਉਹੀ ਨਹੀਂ ਮਾਨ ਸੀਗਾ, ਤੁਹਾਨੂੰ ਦੱਸਿਆ ਤਾਂ ਹੈ ਕਿੰਨਾ ਉਹ ਖਤਰਨਾਕ ਸੀ, ਕਰੂਲ ਸੀਗਾ। ਬਸ ਫਿਰ ਅਗਲੇ ਨੇ ਆਪਣੀ ਪੂਰੀ ਸੈਨਾ ਲਈ, ਕਹਿੰਦੇ ਨੇ ਉੱਥੋਂ ਦੇ ਬੱਚੇ ਬੁੱਢੇ ਕੋਈ ਜਾਨਵਰ ਕੁਝ ਵੀ ਨਹੀਂ ਛੱਡਿਆ, ਸਾਰਾ ਖੰਡਰ ਕਰਤਾ ਕਿਹਦਾ, ਗਜ਼ਨੀ ਦਾ। ਸਾਰੀ ਗਜ਼ਨੀ ਤਹਿਸ ਨਹਿਸ ਹੋ ਗਈ। ਠੀਕ ਹੈ। ਸੋ ਇੱਥੇ ਕਿਸੇ ਕਿੰਗ ਆਫ ਖਵਾਰਿਜ਼ਮੀ ਵਾਜ਼ ਐਟ ਦੈਟ ਟਾਈਮ ਆਫ ਜਲਾਲੂਦੀਨ ਮੰਗਬਰਨੀ। ਠੀਕ ਹੈ ਜੀ, ਇਹਦਾ ਨਾਮ ਕੀ ਸੀ, ਜਲਾਲੂਦੀਨ ਮੰਗਬਰਨੀ। ਜਦੋਂ ਚੰਗੇਜ਼ ਖਾਨ ਦਾ ਅਟੈਕ ਹੋਇਆ, ਇਲਤੁਤਮਿਸ਼ ਰਿਫਿਊਜ਼ ਟੂ ਹੈਲਪ ਮੰਗਬਰਨੀ। ਦੇਖੋ ਕਹਿੰਦੇ ਨੇ ਕਿ ਜਦੋਂ ਹੁਣ ਇਹ ਵੀ ਮੁਸਲਮਾਨ, ਇੱਕ ਗੱਲ ਮੈਂ ਹੋਰ ਦੱਸਦਾ, ਜਿਹੜਾ ਇਹਦੇ ਪਿੱਛੇ ਖਾਨ ਪੈਂਦਾ ਚੰਗੇਜ਼ ਖਾਨ, ਤਾਂ ਇਹ ਖਾਨ ਇਹ ਮੁਸਲਮਾਨ ਨਹੀਂ ਸੀ। ਠੀਕ ਹੈ ਜੀ, ਇਹ ਮੁਸਲਮਾਨ ਨਹੀਂ ਸੀ। ਖਾਨ ਇਹਦੇ ਪਿੱਛੇ ਤਾਂ ਪਿਆ ਕਿਉਂਕਿ ਇਹ ਸਰਦਾਰ ਇਨ ਦ ਸੈਂਸ ਮੋਢੀ, ਉਸ ਟਾਈਮ ਦੇ ਉੱਤੇ ਲੋਕਾਂ ਦਾ ਮੋਢੀ ਸੀ, ਤਾਂ ਕਰਕੇ ਇਹਨੂੰ ਕਿਹਦੀ ਉਪਾਧੀ ਮਿਲ ਗਈ, ਖਾਨ ਦੀ ਉਪਾਧੀ ਮਿਲ ਗਈ। ਇਹ ਮੁਸਲਮਾਨ ਨਹੀਂ ਸੀ, ਪਰ ਜਿਹੜਾ ਮੰਗਬਰਨੀ ਸੀ ਇਹ ਮੁਸਲਮਾਨ ਸੀ, ਤੇ ਆਪਣੇ ਕੋਲੇ ਜਿਹੜਾ ਆਹ ਸੀ ਇਹ ਮੁਸਲਮਾਨ ਸੀ। ਠੀਕ ਹੈ, ਮੰਗਬਰਨੀ ਤੇ ਇਲਤੁਤਮਿਸ਼ ਮੁਸਲਮਾਨ ਸੀ। ਤਾਂ ਇਹਨਾਂ ਨੇ ਕੀ ਕੀਤਾ, ਮੁਸਲਮਾਨ, ਉਹ ਕਹਿੰਦਾ ਮੰਗਬਰਨੀ ਇਹਦੇ ਕੋਲ ਆ ਗਿਆ, ਯਾਰ ਮੈਨੂੰ ਤਾਂ ਪਨਾਹ ਦਿਓ, ਮੇਰੇ ਪਿੱਛੇ ਪਿਆ ਹੋਇਆ। ਉਹ ਕਹਿੰਦਾ ਆਪਾਂ ਨਹੀਂ ਦਿੰਦੇ, ਮੁਸਲਮਾਨ ਹੋਏਗਾ ਘਰੇ ਹੋਏਗਾ, ਪਰ ਆਪਾਂ ਤੇਰੀ ਹੈਲਪ ਨਹੀਂ ਕਰ ਸਕਦੇ। ਇਹਨੇ ਰਿਫਿਊਜ਼ ਕਰਤਾ ਕਿਹਨੂੰ, ਮੰਗਬਰਨੀ ਨੂੰ ਹੈਲਪ ਦੇਣ ਦੇ ਲਈ। ਦੋ ਮੁੰਡੇ ਸੀ ਕਹਿੰਦੇ ਇਹਦੇ। ਉਹ ਤੋਂ ਬਾਅਦ ਉਹਨੇ ਜੀ ਚੰਗੇਜ਼ ਖਾਨ ਦੇ ਅਟੈਕ ਤੋਂ ਮਤਲਬ ਇੰਡੀਆ ਬਚ ਗਿਆ, ਦਿੱਲੀ ਬਚ ਗਿਆ, ਉਹ ਸਿੰਧ ਤੋਂ ਹੀ ਵਾਪਸ ਚਲਾ ਗਿਆ, ਤੇ ਉਹਨੇ ਉਹਦੇ ਨਾਲ ਜੋ ਵੀ ਕੀਤਾ ਚੰਗੇਜ਼ ਖਾਨ ਨੇ ਉਹ ਬਾਅਦ ਦੀ ਗੱਲ। ਠੀਕ ਹੈ ਜੀ। ਤਾਂ ਇਹਦੇ ਦੋ ਮੁੰਡੇ ਸੀ, ਰੁਕਨੂਦੀਨ ਤੇ ਨਸਰੂਦੀਨ, ਜਿਹਦੇ ਵਿੱਚੋਂ ਨਸਰੂਦੀਨ ਟਾਈਮ ਤੋਂ ਪਹਿਲਾਂ ਹੀ ਮਰ ਗਿਆ ਤੇ ਰੁਕਨੂਦੀਨ ਥੋੜੇ ਦਿਨ ਬੈਠਿਆ, ਪਰ ਉਹਨੂੰ ਇਲਤੁਤਮਿਸ਼ ਨੇ ਫਿਰ ਲਾਤਾ। ਇਲਤੁਤਮਿਸ਼ ਡਾਈ ਹੋ ਗਿਆ ਕਦੋਂ, 1 ਮਈ 1236 ਨੂੰ। ਕਹਿੰਦੇ ਨੇ ਇਹ ਗਵਾਲੀਅਰ ਦੇ ਵਿੱਚ ਸੀਗਾ ਜੀ, ਗਵਾਲੀਅਰ ਦੇ ਵਿੱਚ ਸੀ। ਕਹਿੰਦੇ ਨੇ, ਕਈ ਕਹਿੰਦੇ ਨੇ ਬਿਮਾਰ ਸੀ, ਕਈ ਕਹਿੰਦੇ ਲੜ ਰਿਹਾ ਸੀਗਾ। ਉਹਨੇ ਉੱਥੋਂ ਬੁਲਾਇਆ ਦਿੱਲੀ ਤੋਂ ਕਿ ਮੇਰੇ ਮੁੰਡਿਆਂ ਨੂੰ ਆ ਜਾਓ, ਤਾਂ ਇਹ ਤਾਂ ਮਰੀ ਗਿਆ ਸੀ। ਇਹ ਜਿਹੜੇ ਬਾਕੀ ਮੁੰਡੇ ਸੀ ਕੋਈ ਵੀ ਨਹੀਂ ਆਇਆ। ਕਿਉਂ ਨਹੀਂ ਆਇਆ, ਉਹਨੂੰ ਐ ਸੀ ਵੀ ਜੇ ਇਹ ਉੱਥੇ ਜਾ ਕੇ ਮਰ ਗਿਆ, ਜੇ ਇਹ ਉੱਥੇ ਜਾ ਕੇ ਮਰ ਗਿਆ ਗਵਾਲੀਅਰ ਦੇ ਵਿੱਚ ਹੀ, ਮੈਂ ਉੱਥੇ ਪਤਾ ਲੈਣ ਗਿਆ ਜਾਂ ਮੈਂ ਇਹਦੇ ਕੋਲੇ ਗਿਆ ਤਾਂ ਇੱਥੇ ਦਿਲ ਤੱਕ ਕੋਈ ਹੋਰ ਬਹਿ ਜਾਊਗਾ, ਤਾਂ ਕਰਕੇ ਉਹ ਇਸੇ ਕਰਕੇ ਨਹੀਂ ਗਏ। ਤਾਂ ਕੌਣ ਗਈ ਸੀਗੀ ਫਿਰ, ਰਜੀਆ ਸੁਲਤਾਨਾ। ਤਾਂ ਕਰਕੇ ਇਹਨੇ ਰਜੀਆ ਸੁਲਤਾਨਾ ਨੂੰ ਕਹਿੰਦੇ ਨੇ ਆਪਣੀ ਕੀ ਕਰਤਾ, ਉੱਤਰਾਧਿਕਾਰੀ ਬਣਾਤਾ। ਦਿੱਲੀ ਸਲਤਨਤ 1200 ਦਾ ਟਾਈਮ ਇੱਕ ਔਰਤ ਨੂੰ ਉੱਤਰਾਧਿਕਾਰੀ ਬਣਾਉਣਾ ਮੁਸਲਿਮ ਸਮਾਜ ਦੇ ਵਿੱਚ ਬਹੁਤ ਹੀ ਵੱਡੀ ਗੱਲ ਸੀ। ਇਸ ਗੱਲ ਤੇ ਇਲਤੁਤਮਿਸ਼ ਨੂੰ ਹੈਟਸ ਆਫ ਹੈ ਵੀ ਉਸ ਟਾਈਮ ਤੇ ਇਹਨੇ ਔਰਤ ਦੀ ਇੱਕ ਜਿਹੜੀ ਸ਼ਕਤੀ ਪਹਿਚਾਨੀ। ਅੱਜ ਕੱਲ ਆਪਾਂ ਕਹਿੰਦੇ ਆ ਵੀ ਜਨਾਨੀਆਂ ਬਹੁਤ ਵਧੀਆ ਹੁੰਦੀਆਂ ਨੇ। ਠੀਕ ਹੈ ਜੀ। ਤਾਂ ਇਹ 1 ਮਈ 1236 ਨੂੰ ਮਰ ਗਿਆ। ਹੁਣ ਚੰਗੇਜ਼ ਖਾਨ ਬਾਰੇ ਕੀ ਹੈ, ਕਹਿੰਦੇ ਨੇ ਇੱਕ ਰੈੱਡ ਮਾਰਕ ਸੀ ਇਹਦੇ ਹੱਥ ਦੇ ਉੱਤੇ, ਰਾਈਟ ਹੈਂਡ ਦੇ ਉੱਤੇ, ਬਰਥ ਟਾਈਮ। ਬਸ ਇੱਥੋਂ ਹੀ ਪਤਾ ਲੱਗ ਗਿਆ ਸੀ ਵੀ ਇਹਨੇ ਆਨਸਾਰ ਬਸ ਖੂਨ ਹੀ ਖੂਨ ਦੇਖਣਾ ਲੋਕਾਂ ਦਾ। ਹੀ ਵਾਜ਼ ਮੈਰਿਡ ਇਨ ਦ ਏਜ ਆਫ 9 ਸਾਲ ਦੀ ਉਮਰ 'ਚ। ਇਹਦੀ ਜਨਾਨੀ ਦਾ ਨਾਮ ਗੁਰਤੀ, ਠੀਕ ਹੈ, ਤੇ ਜਨਾਨੀ ਦਾ ਨਾਮ ਗੁਰਤੀ ਸੀਗਾ। 3 ਸਾਲ ਬਾਅਦ ਹੀ ਉਹਦੀ ਵਾਈਫ ਨੂੰ ਕਿਡਨੈਪ ਕਰ ਲਿਆ। ਬਸ ਉਸ ਤੋਂ ਬਾਅਦ ਉਹਨੇ ਬਦਲਾ ਲਿਆ ਤੇ ਉਹ ਕੀ ਬਣ ਗਿਆ, ਬਹੁਤ ਹੀ ਕਰੂਰ, ਬਹੁਤ ਹੀ ਨਿਰਦਈ ਰਾਜਾ ਬਣ ਗਿਆ। ਇਹ ਮੁਸਲਿਮ ਨਹੀਂ ਸੀ, ਤੇ ਖਾਨ ਦਾ ਮਤਲਬ ਕੀ ਸੀ, ਸਰਦਾਰ ਔਰ ਹੈਡ। ਇਹ ਰਿਲੀਜੀਅਸ ਟੋਲਰੈਂਟ ਸੀਗਾ, ਮਤਲਬ ਕੀ ਹੈ, ਇਹ ਧਾਰਮਿਕ ਕੱਟੜ ਨਹੀਂ ਸੀਗਾ। ਜੇ ਕੱਟੜ ਹੁੰਦਾ ਸ਼ਾਇਦ ਇਹ ਇੰਨਾ ਟਾਈਮ ਰਾਜ ਨਾ ਕਰਦਾ, ਇਹ ਲੁੱਟਪਾਟ ਨਾ ਕਰ ਸਕਦਾ। ਇਹ ਸੀਗਾ ਵੀ ਠੀਕ ਹੈ ਵੀ ਕਿਸੇ ਨੂੰ ਹਿੰਦੂ ਮੁਸਲਿਮ ਬੇਸ ਤੇ ਨਾ ਮਾਰੋ, ਬਸ ਸਭ ਨੂੰ ਮਾਰੋ। ਕਿਸੇ ਕਦੇ ਵੀ ਇਹਨੇ ਹਿੰਦੂ ਮੁਸਲਿਮ ਦੇ ਆਧਾਰ ਤੇ ਤਾਂ ਕੋਈ ਭੇਦਭਾਵ ਕੀਤਾ ਹੀ ਨਹੀਂ। ਉਹਦਾ ਓਰੀਜਨਲ ਨਾਮ ਕੀ ਸੀ, ਤੈਮੂਰਚਿਨ, ਜਿਹਦਾ ਮਤਲਬ ਕੀ ਹੁੰਦਾ, ਯੂਨੀਵਰਸ, ਜਿਹਦਾ ਮਤਲਬ ਹੁੰਦਾ ਯੂਨੀਵਰਸ। ਉਹਦੀ ਫੋਟੋ ਅੱਜ ਵੀ ਕਹਿੰਦੇ ਨੇ ਮੰਗੋਲੀਅਨ ਕਰੰਸੀ ਦੇ ਉੱਤੇ ਛਪਦੀ ਹੈ। ਇਹ ਆਪਣੇ ਕੋਲੇ ਚੰਗੇਜ਼ ਖਾਨ ਹੈ। ਇੱਕ ਗੱਲ ਹੋਰ, ਚੰਗੇਜ਼ ਖਾਨ ਦੀ ਇਹਨੇ ਸਿਰਫ ਇੱਕੋ ਹੀ ਫੋਟੋ ਮਿਲਦੀ ਹੈ, ਇਹਦੀ ਹੋਰ ਕੋਈ ਵੀ ਫੋਟੋ ਨਹੀਂ ਮਿਲਦੀ। ਇਹਨੇ ਆਪਣੇ ਰਾਜਕਾਜ ਦੇ ਟਾਈਮ 'ਚ ਆਪਣੀ ਫੋਟੋ ਬਣਵਾਈ ਹੀ ਨਹੀਂ। ਇੱਕ ਵਾਰੀ ਕਹਿੰਦੇ ਨੇ ਚਾਈਨਾ ਦਾ ਰਾਜਾ ਸੀਗਾ, ਹੁਣ ਇਹਨੇ ਚਾਈਨਾ ਨੂੰ ਪਤਾ ਸੀ ਕਿ ਸਾਡੇ ਕੋਲ ਆ ਗਿਆ ਤਾਂ ਗੜਬੜ ਹੋ ਜੂ, ਪਰ ਇਹਨੇ ਚਾਈਨਾ ਨੇ ਇਹਨੂੰ ਪਿਆਰ ਨਾਲ ਬੁਲਾਇਆ ਕੋਈ ਛੜਯੰਤਰ ਰਚਣ ਲਈ ਕਿ ਇਹਨੂੰ ਆਪਾਂ ਬੁਲਾ ਕੇ ਪਿਆਰ ਨਾਲ ਮਾਰਾਂਗੇ। ਬੁਲਾਇਆ, ਪਰ ਇਹਨੂੰ ਪਤਾ ਲੱਗ ਗਿਆ ਆਪਣੇ ਕੋਲੇ ਚੰਗੇਜ਼ ਖਾਨ ਨੂੰ। ਚੰਗੇਜ਼ ਖਾਨ ਗਿਆ ਉੱਥੇ,
ਤਾਂ ਉਹਨੇ ਖੁਸ਼ੀ ਨਾਲ ਇੱਕ ਤਰੀਕੇ ਨਾਲ ਇਹਨੂੰ ਕਿਹਦੀ ਉਪਾਧੀ ਦਿੱਤੀ, ਚੰਗੇਜ਼ ਖਾਨ ਦੀ, ਕਿਉਂਕਿ ਇਹਦਾ ਨਾਮ ਤਾਂ ਤੈਮੂਰਚੰਦ ਸੀ, ਪਰ ਇਹਨੇ ਕਿਹਦੀ ਉਪਾਧੀ ਦਿੱਤੀ ਵੀ ਚੰਗੇਜ਼ ਖਾਨ ਦੀ, ਪੂਰੀ ਦੁਨੀਆ ਨੂੰ ਜਿੱਤਣ ਵਾਲਾ, ਐ ਮੰਨ ਕੇ ਚੱਲੋ। ਪਰ ਕੀ ਹੋਇਆ, ਇੱਕ ਰਾਤ ਜਦੋਂ ਉਹ ਪਲਾਨ ਬਣਾ ਰਹੇ ਸੀ ਵੀ ਚੰਗੇਜ਼ ਖਾਨ ਨੂੰ ਖਤਮ ਕਰ ਦਈਏ, ਤਾਂ ਚੰਗੇਜ਼ ਖਾਨ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਜਿਹੜੇ ਵੀ ਟੋਲੇ ਦੇ ਨਾਲ ਗਿਆ ਸੀ, ਉਹਨੇ ਸਾਰੇ ਦਾ ਸਾਰਾ ਉਹ ਕੀ ਕਰਤਾ, ਤਹਿਸ ਨਹਿਸ ਕਰਤਾ, ਪੂਰੇ ਦਾ ਪੂਰਾ ਚਾਈਨਾ ਤਹਿਸ ਨਹਿਸ ਕਰਤਾ। ਤੇ ਅਖੀਰ ਕਹਿੰਦੇ 25 ਅਗਸਤ 1227 ਨੂੰ ਇਹ ਬਿਮਾਰੀ ਨਾਲ ਮਰ ਗਿਆ। ਇਹਨੇ ਬਿਮਾਰੀ ਤੋਂ ਨਾਲ ਮਰਨ ਤੇ ਵੀ ਕਹਿੰਦੇ ਨੇ ਇਹਨੇ ਆਪਣੇ ਜਿਹੜੇ ਵੀ ਨਾਲ ਦੇ ਖਾਸ ਬੰਦੇ ਸੀ ਉਹਨਾਂ ਨੂੰ ਕਿਹਾ ਕਿ ਮੇਰੀ ਮੌਤ ਦਾ ਹਜੇ ਕਿਸੇ ਨੂੰ ਪਤਾ ਨਾ ਲੱਗੇ, ਤੇ ਜਦੋਂ ਮੈਂ ਮਰ ਗਿਆ ਕਹਿੰਦਾ ਮੇਰੀ ਜਿਹੜੀ ਕਬਰ ਹੋਊਗੀ ਉਹ ਵੀ ਲੋਕਾਂ ਨੂੰ ਪਤਾ ਨਾ ਲੱਗੇ। ਇਹਨੇ ਕਹਿੰਦੇ ਨੇ ਇਹ ਜਦੋਂ ਕਿਹਾ ਤਾਂ ਇਹਦੇ ਲੋਕਾਂ ਨੇ ਉਵੇਂ ਹੀ ਕੀਤਾ, ਇਹਨੂੰ ਜਿੱਥੇ ਵੀ ਦਫਨਾਇਆ ਗਿਆ, ਜਿਹੜੇ ਦਫਨਾਉਣ ਵਾਲੇ ਸੀ ਉਹਨਾਂ ਨੂੰ ਵੀ ਬਾਅਦ ਚੋਂ ਮਾਰ ਦਿੱਤਾ ਗਿਆ ਵੀ ਲੋਕਾਂ ਨੂੰ ਪਤਾ ਨਾ ਲੱਗੇ। ਤੇ ਕਹਿੰਦੇ ਹਜ਼ਾਰਾਂ ਹੀ ਘੋੜੇ ਜਿੱਥੇ ਦਫਨਾਇਆ ਗਿਆ ਸੀ ਉਹਦੇ ਦੂਰ ਦੂਰ ਤੱਕ ਕਿਲੋਮੀਟਰਾਂ ਦੇ ਵਿੱਚ ਭਜਾ ਤੇ ਵੀ ਜਿੱਥੇ ਦਫਨਾਇਆ ਗਿਆ ਉਹਦੀ ਰੇਤ ਬਾਰੇ ਲੋਕਾਂ ਨੂੰ ਪਤਾ ਹੀ ਨਾ ਲੱਗੇ। ਤੇ ਅੱਜ ਤੱਕ ਇਹ ਰਾਜ਼ ਹੈ ਕਿ ਇਹਨੂੰ ਕਿੱਥੇ ਦਫਨਾਇਆ ਗਿਆ ਸੀ, ਚੰਗੇਜ਼ ਖਾਨ। ਠੀਕ ਹੈ ਜੀ। ਸੋ ਇਹਦੀ ਕੋਈ ਵੀ ਟੌਂਬ ਜਾਂ ਮਕਬਰਾ ਨਹੀਂ ਹੈ। ਇਹ ਸੀ ਆਪਣੇ ਕੋਲੇ ਇਲਤੁਤਮਿਸ਼ ਤੇ ਚੰਗੇਜ਼ ਖਾਨ ਦੇ ਬਾਰੇ। ਚੰਗੇਜ਼ ਖਾਨ ਬਹੁਤ ਹੀ ਕਰੂਰ ਸੀ। ਇਹ ਤੋਂ ਬਾਅਦ ਤੈਮੂਰ ਲੰਗ ਆਊਗਾ, ਉਹਦੇ ਬਾਰੇ ਵੀ ਆਪਾਂ ਪੜਾਂਗੇ। ਉਹ ਕਹਿੰਦੇ ਨੇ ਕਿ ਉਹ ਆਪਣੇ ਆਪ ਨੂੰ ਕਹਿੰਦਾ ਸੀ ਕਿ ਮੈਂ ਇਹਦਾ ਵੰਸ਼ਜ ਹਾਂ, ਕਿਉਂ ਉਹਨੂੰ ਲੰਗ ਕਹਿੰਦੇ ਨੇ, ਆਪਾਂ ਸਾਰਾ ਕੁਝ ਪੜਾਂਗੇ। ਠੀਕ ਹੈ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਊਗਾ। ਬਸ ਸਵਾਦ ਲਈ ਤਿਆਰ ਹੋ ਜਾਓ, ਹੁਣ ਮੈਂ ਇਹੋ ਜਿਹਾ ਕੁਝ ਹੀ ਪੜਾਉਂਦਾ ਰਹੂੰਗਾ। ਥੈਂਕ ਯੂ ਵੈਰੀ ਮਚ।